ਸੁਖਮਣੀ ਸਾਹਿਬ ਵਿੱਚ 13ਵੀਂ ਅਸ਼ਟਪਦੀ ਦਾ ਅੱਜ ਆਰੰਭ ਹੈ, ਜਿਸ ਅੰਦਰ ਧਾਰਮਿਕ ਜਗਤ ਦੀ ਇੱਕ ਮਹਾਨ ਸ਼ਖਸੀਅਤ, ਜਿਸ ਨੂੰ ਸੰਤ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਈ ਐਸੇ ਨਾਮ ਨੇ ਜਿਨ੍ਹਾਂ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਅਰਥ ਕੀ ਬਣਦੇ ਨੇ। ਭਰਮ ਵਿੱਚ ਮਨੁੱਖ ਪੈਂਦਾ। ਸਤਿਗੁਰਾਂ ਦੀ ਬਾਣੀ ਵਿੱਚ ਜਿਹੜੇ ਲੋਕਾਂ ਨੇ ਕਮਾਈ ਕੀਤੀ ਹੈ ਧਰਮ ਦੀ, ਆਪਣੇ ਜੀਵਨ ਦੇ ਵਿੱਚ ਗੁਰੂ ਦਾ ਉਪਦੇਸ਼ ਜਿਉਂ-ਜਿਉਂ ਕਮਾਉਂਦੇ ਨੇ, ਉਹ ਫਿਰ ਆਮ ਮਨੁੱਖ ਤੋਂ ਖਾਸ ਬਣਦੇ ਜਾਂਦੇ ਨੇ, ਕਿਉਂਕਿ ਵੱਡੇ ਨਾਲ ਜਿਉਂ-ਜਿਉਂ ਨੇੜੇ ਆਉਂਦਾ ਮਨੁੱਖ ਆਮ ਤੋਂ ਖਾਸ, ਸੰਸਾਰਿਕ ਤੌਰ ਤੇ ਵੇਖਿਆ ਜਾਏ ਇੱਕ ਆਮ ਬੰਦਾ ਸੰਸਾਰ ਵਿੱਚ ਛੋਟੇ ਪੱਧਰ ਤੇ ਜਿਉਂਦਾ ਹੈ, ਤੇ ਜਿਉਂ-ਜਿਉਂ ਉਹਦਾ ਬਹਿਣ ਖਲੋਣ ਕਿਸੇ ਵੱਡੇ ਬੰਦੇ ਨਾਲ ਬਣਦਾ ਹੈ ਤੇ ਉਹਦੀ ਸ਼ਖਸੀਅਤ ਵਿੱਚ ਵਾਧਾ ਹੁੰਦਾ ਜਾਂਦਾ। ਜਿਹੜੇ ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਬਣਾਉਂਦੇ ਗਏ, ਉਹਦਾ ਨਾਮ ਜਪਦੇ ਗਏ, ਉਹਦੇ ਨਾਲ ਮਿੱਤਰਤਾ ਪਾਉਂਦੇ ਗਏ, ਭਾਵੇਂ ਉਹ ਪੰਜ ਭੌਤਿਕ ਸਰੀਰ ਵਿੱਚ ਆਮ ਮਾਂ ਦੇ ਘਰ ਜਨਮੇ ਹੋਏ ਬਾਲ ਬੱਚੇ ਸਨ, ਸਰੀਰ ਉਹਨਾਂ ਦਾ ਵੀ ਆਮ ਮਨੁੱਖ ਵਰਗਾ ਸੀ, ਪਰ ਉਹਨਾਂ ਦੇ ਅੰਦਰ ਇੱਕ ਭਾਰੀ ਤਬਦੀਲੀ ਆਈ, ਅੰਦਰ ਦੀ ਅਵਸਥਾ ਬਦਲ ਗਈ। ਹੁਣ ਜਦੋਂ ਅੰਦਰ ਦੀ ਅਵਸਥਾ ਬਦਲ ਗਈ, ਆਪਣੇ ਆਪ ਨਾਮ ਵਿੱਚ ਚੇਂਜ ਆਇਆ। ਗੁਰਬਾਣੀ ਵਿੱਚ ਕਈ ਨਾਮ ਆਉਂਦੇ ਨੇ, ਬ੍ਰਹਮ ਗਿਆਨੀ, ਗੁਰਮੁਖ, ਗੁਰਸਿੱਖ, ਹਰੀ ਜਨ, ਭਗਤ, ਸੰਤ, ਸਾਧੂ। ਇਹ ਸਾਰੇ ਨਾਮ ਕਮਾਈ ਕਰਨ ਵਾਲੇ ਲੋਕਾਂ ਦੇ ਜੀਵਨ ਦੀ ਹੈ। ਜਿਉਂ-ਜਿਉਂ ਕਮਾਈ ਕਰਦੇ ਨੇ, ਇਹ ਅਵਸਥਾਵਾਂ ਉਹਨਾਂ ਵਿੱਚ ਬਣਦੀਆਂ ਜਾਂਦੀਆਂ। ਦੂਸਰੀ ਗੱਲ, ਇਸ ਨਾਮ ਨੂੰ ਗੁਰੂ ਨਾਲ ਜੋੜਨਾ ਜਚਦਾ ਨਹੀਂ, ਕਿਉਂਕਿ ਗੁਰੂ ਤੇ ਸੰਤ ਬਣਾਉਂਦਾ ਹੈ, ਸਿੱਖ ਪੈਦਾ ਕਰਦਾ ਹੈ। ਸੁਖਮਣੀ ਸਾਹਿਬ ਵਿੱਚ ਤੁਸੀਂ ਪੜ੍ਹੋਗੇ, ਪੂਰਾ ਗੁਰ ਅਖਿਓ ਜਾਂ ਕਾ ਮੰਤਰ। ਪੂਰਾ ਗੁਰੂ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਪੂਰੇ ਗੁਰੂ ਦਾ ਜਿਹੜਾ ਮੰਤਰ ਹੈ ਨਾ, ਉਹਦਾ ਉਪਦੇਸ਼ ਤੇ ਉਹਦੇ ਦੁਆਰਾ ਬਖਸ਼ਿਆ ਹੋਇਆ ਸਿੱਖ ਨੂੰ ਸ਼ਬਦ। ਅਖਿਓ ਦਾ ਅਰਥ ਹੈ ਕਦੀ ਖੈ ਨਹੀਂ ਹੁੰਦਾ, ਕਦੀ ਨਾਸ਼ ਨਹੀਂ ਹੁੰਦਾ। ਪੂਰਾ ਗੁਰ ਅਖਿਓ ਜਾਂ ਕਾ ਮੰਤਰ ਕਹਿੰਦੇ ਅੰਮ੍ਰਿਤ ਦ੍ਰਿਸ਼ਟ ਪਿਖ ਹੈ ਉਹ ਗੁਰੂ ਜਿਹਦਾ ਮੰਤਰ ਅਖਿਓ ਹੈ। ਜਦੋਂ ਕਿਸੇ ਆਮ ਬੰਦੇ ਵੱਲ ਕਿਰਪਾ ਭਰੀ ਦ੍ਰਿਸ਼ਟੀ ਭਰ ਕੇ ਦੇਖਦਾ ਹੈ, ਕਿਰਪਾ ਦ੍ਰਿਸ਼ਟ ਪਿਖ ਹੈ, ਪਿਖ ਦੇ ਅਰਥ ਨੇ ਵੇਖਣਾ, ਜਿਹਦੇ ਵੱਲ ਉਹਨੇ ਨਜ਼ਰ ਭਰ ਕੇ ਵੇਖ ਲਿਆ, ਕਿਰਪਾ ਦ੍ਰਿਸ਼ਟ ਪਿਖ ਹੈ, ਹੋਏ ਸੰਤ, ਉਹ ਮਨੁੱਖ ਸੰਤ ਹੋ ਜਾਂਦਾ ਹੈ। ਸੰਤ ਕੋਈ ਕੇਵਲ ਬਾਹਰਲੇ ਭੇਖ ਦਾ ਨਾਮ ਨਹੀਂ, ਉਹ ਸਾਧ ਸੰਗਤ ਜੀ ਬੜੇ ਹੀ ਕੀਮਤੀ ਵਸਤਰ ਵੀ ਪਾਏ, ਜਾਂ ਖੱਦਰ ਦੇ ਪਾਏ, ਜਾਂ ਪਾਟੀਆਂ ਲੀਰਾਂ ਪਾ ਲਵੇ, ਕਿਹੜਾ ਵੇਸ਼ ਪਾਉਂਦਾ ਇਹਦੇ ਨਾਲ ਉਹਦਾ ਕੋਈ ਬਹੁਤਾ ਸੰਬੰਧ ਨਹੀਂ ਹੁੰਦਾ। ਉਹ ਜਿਵੇਂ ਦੇ ਪਾਉਂਦਾ ਉਹ ਵੀ ਪ੍ਰਵਾਨ ਉਸੇ ਤਰ੍ਹਾਂ ਦੇ। ਉਹ ਜੇ ਸੋਨੇ ਦੇ ਭਾਂਡੇ ਵਿੱਚ ਰੋਟੀ ਖਾਂਦਾ ਹੈ ਤੇ ਉਹਨੂੰ ਕੋਈ ਫਰਕ ਨਹੀਂ, ਜੇ ਉਹਨੂੰ ਹੱਥ ਤੇ ਖਾਣੀ ਪਏ ਤਾਂ ਵੀ ਉਸੇ ਤਰ੍ਹਾਂ ਰਹਿੰਦਾ। ਇਹ ਸਾਧੂ ਦੀ ਨਿਸ਼ਾਨੀ, ਇੱਕ ਸਮ ਰਹਿੰਦਾ। ਜਿਵੇਂ ਆਪਾਂ ਪਿੱਛੇ ਵਿਚਾਰਿਆ ਸੀ ਕਿ ਸਦਾ ਨਿਹਾਰੈ ਏਕੋ ਨੇਤਰੇ, ਇੱਕ ਨੇਤਰ ਨਾਲ ਉਹ ਵੇਖਦੇ ਨੇ, ਇੱਕ ਅੱਖ ਨਾਲ ਵੇਖਦੇ ਨੇ। ਇੱਕ ਅੱਖ ਦਾ ਮਤਲਬ ਹੈ ਉਹਨਾਂ ਵਾਸਤੇ ਸੋਨਾ ਮਿੱਟੀ ਇੱਕ ਹੋ ਜਾਂਦਾ, ਦੋਵਾਂ ਵਿੱਚ ਕੋਈ ਫਰਕ ਨਹੀਂ ਲੱਗਦਾ, ਇੱਕ ਦ੍ਰਿਸ਼ਟੀ ਨਾਲ ਵੇਖਦੇ ਨੇ। ਐਸੀ ਜਿਹੜੀ ਸ਼ਖਸੀਅਤ ਹੈ, ਉਹਨਾਂ ਨੂੰ ਗੁਰਬਾਣੀ ਦੇ ਵਿੱਚ ਸੰਤ ਕਿਹਾ ਗਿਆ ਹੈ। ਕੁਝ ਚੀਜ਼ਾਂ ਇਹਦੇ ਵਿੱਚ ਆਰੰਭ ਵਿੱਚ ਸਮਝਣ ਵਾਲੀਆਂ ਨੇ, ਭੁਲੇਖੇ ਨਾ ਪੈਣ। ਹਾਂ, ਇਹ ਗੱਲ ਪੱਕੀ, ਸਾਧ ਸੰਗਤ ਹੈਣ ਵਿਰਲੇ ਨਹੀਂ ਘਣੇ, ਬਹੁਤ ਘੱਟ ਨੇ ਦੁਨੀਆ ਵਿੱਚ, ਕਿਉਂਕਿ ਇਹ ਇੰਨੇ ਉੱਚੇ ਅਹੁਦੇ ਤੇ ਪਹੁੰਚਣਾ
ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਪਰ ਜਿਹੜਾ ਇੱਕ ਮੰਜ਼ਲ ਤੇ ਤੁਰਿਆ ਹੈ, ਇੱਕ ਮੰਜ਼ਲ ਦੇ ਬਿਲਕੁਲ ਨੇੜੇ ਆ ਗਿਆ ਹੈ, ਇੱਕ ਨੇ ਅਜੇ 4 ਪੁਲਾਂਘਾਂ ਪੁੱਟੀਆਂ ਨੇ, ਕਵਾਂਗੇ ਦੋਵਾਂ ਨੂੰ ਪਾਂਦੀ, ਦੋਵੇਂ ਹੀ ਰਸਤੇ ਤੇ ਜਾ ਰਹੇ ਨੇ। ਇੱਕ ਨੇ ਪੁਲਾਂਘਾਂ 4 ਪੱਟੀਆਂ ਅਜੇ, ਇੱਕ ਮੰਜ਼ਲ ਤੋਂ 4 ਪੁਲਾਂਘਾਂ ਦੂਰ ਰਹਿ ਗਿਆ, ਦੋਵਾਂ ਨੂੰ ਨਾਮ ਕੀ ਦਿਆਂਗੇ? ਦੋਵੇਂ ਹੀ ਸਾਧ ਸੰਗਤ ਦੀ ਪਾਂਦੀ ਨੇ, ਦੋਵੇਂ ਯਾਤਰੀ ਨੇ, ਦੋਵੇਂ ਰਾਹ ਵਿੱਚ ਤੁਰੇ ਜਾਂਦੇ ਨੇ। ਤਾਂ ਇਹ ਜਿਹੜਾ ਨਾਮਾਂ ਦੇ ਨਾਲ ਜਿਹੜਾ ਵਿਖੇਪ ਹੈ ਸਾਡੇ ਮਨਾਂ ਦੇ ਵਿੱਚ, ਪਹਿਲੀ ਗੱਲ ਤੇ ਜਿਹੜੇ ਸਾਧੂ ਨੇ ਉਹ ਕਦੀ ਯਤਨ ਨਹੀਂ ਕਰਦੇ ਮੇਰੇ ਨਾਮ ਨਾਲ ਸੰਤ ਬੋਲਿਆ ਜਾਏ, ਸੰਤ ਲੱਗੇ ਜ਼ਰੂਰ, ਉਹਨਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਲੋਕ ਕਹਿ ਦੇਣ ਤੇ ਗੱਲ ਵੱਖਰੀ, ਪਰ ਇਹਦੇ ਵਿੱਚ ਵਿਰੋਧ ਵਿੱਚ ਵੀ ਝਗੜੀ ਜਾਣਾ ਕੋਈ ਬਹੁਤੀ ਚੰਗੀ ਗੱਲ ਨਹੀਂ। ਸਾਨੂੰ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਗੁਰਮਤਿ ਦੇ ਹੋਰ ਆਸ਼ੇ ਸਮਝਣੇ ਚਾਹੀਦੇ ਨੇ। ਔਰ ਇਹ ਜਿਹੜੇ ਨਾਮ ਨੇ ਸਾਰੇ ਹੀ ਸਤਿਕਾਰਯੋਗ ਨੇ ਔਰ ਇਹ ਉੱਚੀਆਂ ਚੀਜ਼ਾਂ ਨੇ, ਔਰ ਇਹਨਾਂ ਨੂੰ ਨਾਲ ਜੋੜਨ ਲੱਗਿਆਂ ਮਨੁੱਖ ਨੂੰ ਪੂਰੀ ਤਰ੍ਹਾਂ ਝਕਣਾ ਚਾਹੀਦਾ ਹੈ। ਕਈ ਵਾਰੀ ਇਹ ਲਹਿਰ ਚੱਲ ਪੈਂਦੀ ਜਿਵੇਂ ਪਿਛਲੇ ਸਾਲਾਂ ਵਿੱਚ ਸਾਡੇ ਵਿੱਚ ਚੱਲੀ ਹੈ, ਖਿਆਲ ਰੱਖੋ, ਕਿਉਂਕਿ ਥੋੜੀ ਜਿਹੀ ਸਿਆਹੀ ਲੱਗਦੀ ਹੈ, ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਮਾਈ ਕਰਨੀ ਹੋਰ ਗੱਲ ਹੈ। ਸੰਤ ਦੇ ਅਰਥ ਨੇ ਜਿਹਦਾ ਪਿਛਲਾ ਜੀਵਨ ਪੂਰੇ ਦਾ ਪੂਰਾ ਨਸ਼ਟ ਹੋ ਗਿਆ, ਅੱਗੋਂ ਨਵਾਂ ਜਨਮਿਆ, ਪੁਰਾਣੀ ਕੋਈ ਆਦਤ ਨਹੀਂ ਉਹਦੇ ਵਿੱਚ, ਪੁਰਾਣਾ ਕੋਈ ਸੁਭਾਅ ਨਹੀਂ, ਪਿਛਲਾ ਸਾਰਾ ਮਿਟ ਗਿਆ। ਸੰਤ ਦੇ ਅਰਥ ਨੇ ਜਿਵੇਂ ਤੁਸੀਂ ਇੱਕ ਬੀਜ ਬੀਜਦੇ ਹੋ ਤੇ ਬੀਜ ਫਟ ਗਿਆ ਜ਼ਮੀਨ ਦੇ ਵਿੱਚ, ਮਿੱਟੀ ਵਿੱਚ ਮਿੱਟੀ ਹੋ ਗਿਆ ਤੇ ਬੀਜ ਦੇ ਵਿੱਚੋਂ ਰੁੱਖ ਉੱਗ ਪਿਆ, ਉਹ ਹੈ ਸੰਤ। ਜਿਹਦਾ ਬੀਜ ਨਹੀਂ ਫਟਿਆ ਉਹ ਅਜੇ ਸੰਤ ਨਹੀਂ ਹੈ। ਸਾਡੇ ਸਾਰਿਆਂ ਦੇ ਵਿੱਚ ਸੰਤ ਬਣਨ ਦਾ ਬੀਜ ਪਿਆ ਹੋਇਆ, ਕੋਈ ਸਰੀਰ ਉਹਦੇ ਤੋਂ ਖਾਲੀ ਨਹੀਂ। ਸੰਤਤਾਈ ਸਾਰਿਆਂ ਦੇ ਵਿੱਚ ਹੈ, ਪਰ ਅਸੀਂ ਆਪਣੇ ਬੀਜ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ, ਤੇ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਹਨਾਂ ਚਿਰ ਰੁੱਖ ਨਹੀਂ ਬਣਦਾ। ਮਨੁੱਖ ਦਾ ਅੰਦਰੂਨੀ ਖਾਤਮਾ ਹੀ ਸੰਤ ਨੂੰ ਜਨਮ ਦਿੰਦਾ ਆਪਣੇ ਸਰੀਰ ਵਿੱਚੋਂ, ਜੀਵਨ ਦੇ ਵਿੱਚੋਂ। ਤਾਂ ਜੇ ਜੀਵਨ ਉਸੇ ਤਰ੍ਹਾਂ ਦਾ ਰਿਹਾ ਫਿਰ ਸਾਧ ਸੰਗਤ ਤੋਂ ਸੰਤ ਨਹੀਂ, ਉਹਦਾ ਪੁਰਾਣਾ ਸਾਰਾ ਜੀਵਨ ਮਿਟ ਜਾਂਦਾ ਹੈ। ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਬਹੁਤ ਸਾਰੇ ਲੰਬੇ ਉਦਾਹਰਣ ਕਹੇ ਨੇ। ਖੈਰ ਮੈਂ ਅੱਗੇ ਤੁਰਨ ਦਾ ਯਤਨ ਕਰਾਂਗਾ ਕਿਉਂਕਿ ਲੰਬੇ ਸ਼ਬਦ ਹਨ। ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਹਨ ਹਾਰ। ਸ਼ਰਣੀ ਪੈਣਾ, ਹਜ਼ੂਰੀ ਵਿੱਚ ਆ ਜਾਣਾ, ਆਪਣਾ ਆਪ ਸੌਂਪ ਦੇਣਾ। ਹੁਣ ਇੱਥੇ ਅਰਥ ਟੀਕਾਕਾਰਾਂ ਨੇ ਬਿਲਕੁਲ ਸਾਫ਼ ਕੀਤੇ ਨੇ। ਜਿਹੜਾ ਮਨੁੱਖ ਸੰਤਾਂ ਦੀ ਸ਼ਰਨ ਵਿੱਚ ਪੈਂਦਾ, ਗੁਰਮੁਖਾਂ ਦੀ ਸ਼ਰਨ ਵਿੱਚ ਪੈਂਦਾ, ਉਹਦੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਔਰ ਇਹ ਉਧਾਰ ਹੁੰਦਾ ਗੁਰਬਾਣੀ ਵਿੱਚ ਦੱਸਿਆ ਵੀ ਗਿਆ। ਇੱਥੇ ਇੱਕ ਸ਼ੰਕਾ ਖੜਾ ਹੋਵੇਗਾ ਕਿ ਆਪਾਂ ਗੁਰੂ ਦੀ ਸ਼ਰਨ ਵਿੱਚ ਪੈਣਾ ਹੈ ਕਿ ਸੰਤ ਦੀ ਸ਼ਰਨ ਵਿੱਚ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਉਹ ਕੀ ਕਹਿੰਦੇ ਨੇ? ਸਤਿਗੁਰੂ ਨੇ ਸੰਤ ਦੀ ਵਿਆਖਿਆ ਕੀਤੀ ਹੈ ਤੇ ਸੰਤ ਗੁਰੂ ਦੀ ਵਿਆਖਿਆ ਕਰਦਾ ਹੈ। ਦੋਵੇਂ ਇੱਕ ਦੂਜੇ ਦੇ ਪੂਰਕ ਨੇ, ਜਾਂ ਇੱਕੋ ਹੀ ਸ਼ਕਤੀ ਦੋਵਾਂ ਦੇ ਵਿੱਚ ਵਹਿ ਰਹੀ ਹੈ। ਇਉਂ ਕਹਿ ਲਈਏ 3 ਸ਼ਕਤੀਆਂ ਇੱਕੋ ਹੀ ਰੂਪ ਨੇ, ਪਰਮਾਤਮਾ, ਗੁਰੂ ਤੇ ਸੰਤ ਗੁਰਮੁਖ। ਔਰ ਇਹ ਗੁਰਮੁਖ ਪਦਵੀ ਜਿਹੜੀ ਹੈ ਗੁਰਮਤਿ ਵਿੱਚ ਸ਼ੁਰੂ ਤੋਂ ਰਹੀ ਹੈ। ਤੁਸੀਂ ਇਤਿਹਾਸ ਖੋਲ ਕੇ ਵੇਖੋ, ਗੁਰੂ ਨਾਨਕ ਸਾਹਿਬ ਜਿੱਥੇ ਗਏ, ਜਿਹੜੇ ਇਲਾਕੇ ਵਿੱਚ ਗਏ, ਉਹਨਾਂ ਨੇ ਗੁਰਮੁਖ ਥਾਪੇ, ਉੱਥੇ ਮੰਜੀਆਂ ਥਾਪੀਆਂ, ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ। ਉਹਨਾਂ ਦਾ ਜੀਵਨ ਦਾ ਜਿਹੜੇ ਉੱਥੇ ਰਹਿਣ ਵਾਲੇ ਲੋਕ ਸਨ, ਉਹਨਾਂ ਨੂੰ ਉਹਨਾਂ ਦੇ ਨੇੜੇ ਕੀਤਾ ਵੀ ਤੁਸੀਂ ਇਹਨਾਂ ਦੇ ਹੁਕਮ ਵਿੱਚ ਤੁਰਨਾ, ਇਹਨਾਂ ਦੇ ਹੁਕਮ ਵਿੱਚ ਸਿੱਖੀ ਕਮਾਉਣੀ। ਇਹ ਗੁਰਮਤਿ ਵਿੱਚ ਸ਼ੁਰੂ ਤੋਂ ਚੱਲਦਾ ਰਿਹਾ। ਬਾਅਦ ਵਿੱਚ ਜਦੋਂ 10 ਪਾਤਸ਼ਾਹੀਆਂ ਦੇ ਸਮੇਂ ਦੇ ਅੰਦਰ ਗੁਰਮੁਖ ਦੀ ਪਦਵੀ ਕੰਮ ਕਰਦੀ ਰਹੀ ਹੈ। ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹ ਜਾਣਦੇ ਨੇ। ਹਾਂ, ਇੱਕ ਖਿਆਲ ਰੱਖਣਾ, ਜਿਹੜੇ ਗੁਰਮੁਖ 10 ਪਾਤਸ਼ਾਹੀਆਂ ਥਾਪਦੀਆਂ ਰਹੀਆਂ, ਜਿਵੇਂ ਪਹਿਲਾਂ ਤੋਂ ਵੇਖ ਲਈਏ ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਅੱਗੇ ਆਈਏ ਤੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਅਦਲੀ ਜੀ, ਕਿੰਨੇ ਲੋਕ ਹੋਏ ਨੇ, ਭਾਈ ਕਲਿਆਣਾ, ਭਾਈ ਤਲੋਕਾ, ਭਾਈ ਮੰਝ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਿੱਖ ਹੋਏ ਨੇ, 10ਵੇਂ ਪਾਤਸ਼ਾਹ ਦੇ ਸਿੱਖ ਹੋਏ ਨੇ ਭਾਈ ਸਾਹਿਬ ਭਾਈ ਰਾਮ ਕੌਰ ਸਿੰਘ ਜੀ। ਇਹ ਸਾਰੇ ਗੁਰਮੁਖ ਸਨ, ਸਾਰੇ ਬ੍ਰਹਮ ਗਿਆਨੀ ਸਨ, ਸਾਰੇ ਸੰਤ ਸਨ, ਤੇ ਸਤਿਗੁਰਾਂ ਨੇ ਗੁਰਮੁਖ ਬਣਾਏ
ਤੇ ਗੁਰਮੁਖਾਂ ਦੀ ਡਿਊਟੀ ਲਾਈ, ਕਿਉਂਕਿ ਉਹਨਾਂ ਬਾਰੇ ਆਪ ਲਿਖਿਆ ਕਿ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ, ਉਹਨਾਂ ਦੀ ਡਿਊਟੀ ਹੁੰਦੀ ਹੈ। ਪਰ 10 ਪਾਤਸ਼ਾਹੀਆਂ ਤੋਂ ਅੱਗੇ ਜਾ ਕੇ ਇੱਕ ਤਬਦੀਲੀ ਆਈ, ਖਿਆਲ ਰੱਖਣਾ। ਮੈਂ ਥੋੜਾ ਜਿਹਾ ਆਧਾਰ ਦੇ ਤੌਰ ਤੇ ਸ਼ੁਰੂ ਵਿੱਚ ਕਹਿ ਦੇ, ਕਿਉਂਕਿ ਇਹ ਜੋ ਵਿਚਾਰ ਹੈ ਬੜੀ ਦੂਰ ਤੱਕ ਜਾਣੀ ਹੈ, ਲੱਖਾਂ ਲੋਕਾਂ ਕੋਲ। ਤੇ ਕਈ ਜਿਹੜੇ ਗੁਰਮੁਖ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਿਤੋਂ ਸ਼ੰਕਾ ਪੈ ਜਾਂਦਾ ਕਈ ਸ਼ਬਦਾਂ ਬਾਰੇ, ਉਹ ਫਿਰ ਸ਼ੁਰੂ ਵਿੱਚ ਹੀ ਥੋੜੀਆਂ ਜਿਹੀਆਂ ਗੱਲਾਂ ਸੁਣ ਕੇ ਤੇ ਸੁਣਨਾ ਹੀ ਛੱਡ ਦਿੰਦੇ ਨੇ, ਇਸ ਕਰਕੇ ਉਹ ਦੁਬਦਾ ਬਣੀ ਰਹਿੰਦੀ ਹੈ। ਤਾਂ ਇਹ ਬੇਨਤੀ ਕਰਨਾ ਚਾਹਾਂਗਾ ਕਿ ਮੰਨਣਾ ਨਾ ਮੰਨਣਾ ਆਪ ਜੀ ਦੀ ਮਰਜ਼ੀ ਹੈ, ਪਰ ਵਿਚਾਰ ਨੂੰ ਪੂਰਾ ਸੁਣਨਾ ਆਪ ਜੀ ਨੇ, ਉਹਦੇ ਵਿੱਚੋਂ ਕੋਈ ਨਾ ਕੋਈ ਬੋਝ ਮਨ ਦਾ ਲਏਗਾ। ਤਾਂ ਜਿਹੜਾ ਸੰਤ ਅਹੁਦਾ ਸੀ, ਸੰਤ ਪਦਵੀ ਸੀ, ਗੁਰੂ ਸਾਹਿਬ ਨੇ 10 ਪਾਤਸ਼ਾਹੀਆਂ ਨੇ ਥਾਪੀ। ਗੁਰੂ ਅਮਰਦਾਸ ਜੀ ਨੇ ਉਸ ਵਕਤ ਸਾਧ ਸੰਗਤ 52 ਮੰਜੀਆਂ ਥਾਪੀਆਂ ਗੁਰਮੁਖਾਂ ਦੀਆਂ, ਜਿਨ੍ਹਾਂ ਦੀ ਡਿਊਟੀ ਲਾਈ ਇਲਾਕਿਆਂ ਵਿੱਚ ਪ੍ਰਚਾਰ ਕਰਨ ਦੀ, ਸਿੱਖੀ ਨੂੰ ਵਧਾਉਣ ਵਾਸਤੇ। ਥਾਂ ਥਾਂ ਤੇ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਆਉਂਦੇ ਨੇ, ਭਾਈ ਮੀਹਾਂ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬ੍ਰਹਮ ਗਿਆਨ ਦੀ ਦਾਤ ਦੇ ਕੇ ਗੁਰਮੁਖ ਪਦਵੀ ਤੇ ਪਹੁੰਚਾ ਕੇ ਭੇਜਦੇ ਨੇ, ਜਾਓ ਤੁਸੀਂ ਯੂਪੀ ਦੇ ਇਲਾਕੇ ਵਿੱਚ ਪ੍ਰਚਾਰ ਕਰੋ। ਇਸੇ ਤਰ੍ਹਾਂ ਥਾਂ ਥਾਂ ਤੇ ਗੁਰੂ ਸਾਹਿਬ ਆਪਣੇ ਇੱਕ ਤਰ੍ਹਾਂ ਦੇ ਸਕੱਤਰ ਭੇਜਦੇ ਰਹੇ ਕੰਮ ਕਰਾਉਣ ਵਾਸਤੇ, ਉਹਨਾਂ ਨੂੰ ਆਪਣੀ ਬਰਕਤ ਦਿੱਤੀ। ਹੁਣ ਇਹ ਇੱਕ ਸੰਤ ਦੀ ਪਰਿਭਾਸ਼ਾ ਹੈ, ਪਰ ਇੱਥੇ ਇੱਕ ਖਿਆਲ ਰੱਖਣਾ, ਜਦੋਂ ਕਿਸੇ ਚੀਜ਼ ਦੀ ਵਡਿਆਈ ਹੁੰਦੀ ਹੈ ਨਾ, ਤੇ ਆਮ ਬੰਦਾ ਵੀ ਉਸ ਤਰ੍ਹਾਂ ਦੇ ਕੱਪੜੇ ਖਰੀਦ ਲੈਂਦਾ ਹੈ, ਔਰ ਫਿਰ ਉਹ ਇੱਥੋਂ ਤੱਕ ਵੱਧਦੀ ਜਾਂਦੀ ਚੀਜ਼ ਵੀ ਉਹ ਲੋਕ ਗੁਰੂ ਦੀ ਬਰਾਬਰੀ ਕਰਨੀ ਸ਼ੁਰੂ ਕਰ ਦਿੰਦੇ ਨੇ। ਇਹ ਗੱਲ ਖਿਆਲ ਵਿੱਚ ਰੱਖਣਾ। 10 ਪਾਤਸ਼ਾਹੀਆਂ ਦੇ ਵਕਤ ਜਿਹੜੇ ਵੀ ਗੁਰਮੁਖ ਗੁਰੂ ਸਾਹਿਬ ਨੇ ਬਣਾਏ, ਉਹਨਾਂ ਨੂੰ ਆਪਣੀ ਪੂਰੀ ਬਰਕਤ ਦੇ ਦਿੱਤੀ, ਵਰਤਣ ਵਾਸਤੇ ਅਧਿਕਾਰ ਦੇ ਦਿੱਤੇ। ਪਰ ਇੱਕ ਗੱਲ ਕਹੀ, ਭਾਵੇਂ ਗੁਰੂ ਸਾਹਿਬ ਨੇ ਮੂੰਹੋਂ ਨਹੀਂ ਕਿਹਾ, ਪਰ ਜਿੰਨੇ ਉਹ ਗੁਰਮੁਖ ਤੇ ਗੁਰਸਿੱਖ ਸਨ, ਉਹਨਾਂ ਨੇ ਕਦੀ ਜਾ ਕੇ ਇਹ ਨਹੀਂ ਕਿਸੇ ਦੇ ਅੱਗੇ ਕਿਹਾ ਵੀ ਗੁਰੂ ਅਸੀਂ ਹਾਂ, ਆਪਣੇ ਆਪ ਨੂੰ ਗੁਰੂ ਨਹੀਂ ਜਣਾਇਆ ਉਹਨਾਂ ਨੇ। ਹਾਂ, ਕਿਤੇ ਕਿਤੇ ਇਹ ਵਾਪਰਿਆ, ਕਿਉਂਕਿ ਵਾਪਰ ਜਾਂਦਾ, ਆਦਮੀ ਪ੍ਰਾਪਤ ਕਰਕੇ ਇਸ ਤਰ੍ਹਾਂ ਕਰ ਦਿੰਦਾ। ਇਤਿਹਾਸ ਵਿੱਚ ਇਹ ਜ਼ਰੂਰ ਲਿਖਿਆ ਹੈ ਕਿ ਕਈ ਗੁਰਮੁਖਾਂ ਨੂੰ ਲੋਕਾਂ ਨੇ ਗੁਰੂ ਕਿਹਾ, ਇਹ ਸ਼ਬਦ ਸਾਫ਼ ਲਿਖੇ ਹੋਏ ਨੇ ਕਈ ਥਾਵਾਂ, ਪਰ ਉਹਨਾਂ ਨੇ ਫਿਰ ਸਮਝਾਇਆ, ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿਹਨੂੰ ਗੁਰੂ ਆਪਣਾ ਸ਼ਬਦ ਬਖਸ਼ਦਾ ਨਾ, ਨਾਮ ਦੀ ਦਾਤ ਦਿੰਦਾ ਹੈ, ਲੋਕ ਉਹਨੂੰ ਕਹਿਣਗੇ ਵੀ ਆਹ ਹੀ ਗੁਰੂ ਹੈ, ਕਿਉਂਕਿ ਉਹ ਚੀਜ਼ਾਂ ਉਹਦੇ ਵਿੱਚ ਵਰਤਦੀਆਂ ਨੇ ਸਾਰੀਆਂ ਜਿਹੜੀਆਂ ਗੁਰੂ ਵਿੱਚ ਹੁੰਦੀਆਂ ਨੇ, ਉਹੀ ਬਰਕਤਾਂ ਬਿਲਕੁਲ ਹੂਬ-ਹੂ ਵਰਤਣ ਲੱਗ ਪੈਂਦੀਆਂ ਨੇ, ਤੇ ਲੋਕ ਫਿਰ ਉਹਨੂੰ ਸੋਚਣ ਲੱਗ ਪੈਂਦੇ ਕਿ ਗੁਰੂ ਹੈ। ਉੱਥੇ ਉਸ ਗੁਰਮੁਖ ਦੀ ਜ਼ਿੰਮੇਵਾਰੀ ਹੈ ਵੀ ਉੱਥੇ ਉਹ ਮਨ ਦੀ ਦੁਨੀਆ ਛੱਡ ਕੇ ਇਹ ਕਲੀਅਰ ਕਰੇ ਕਿ ਮੈਂ ਗੁਰੂ ਨਹੀਂ, ਮੈਂ ਤੇ ਇੱਕ ਗੁਰੂ ਦਾ ਕਾਮਾ ਹਾਂ, ਮੈਨੂੰ ਗੁਰੂ ਨੇ ਭੇਜਿਆ ਕੰਮ ਕਰਨ ਵਾਸਤੇ, ਕੰਮ ਗੁਰੂ ਦਾ, ਤਾਕਤ ਉਹਦੀ, ਮੈਂ ਕੰਮ ਕਰਨ ਵਾਸਤੇ ਆਇਆ। ਤੇ ਫਿਰ ਉਹ ਗੁਰਮੁਖ ਸਮਝੋ ਵੀ ਇਸ ਪਦਵੀ ਦੇ ਉੱਤੇ ਸਹੀ ਕੰਮ ਕਰ ਰਿਹਾ ਹੈ। ਪਰ ਕਿਤੇ ਕਿਤੇ ਵਾਪਰਦਾ, ਜਿਵੇਂ ਭਾਈ ਸਾਮਣ ਮੱਲ ਜੀ ਗਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਇੱਕ ਰੁਮਾਲ ਦੇ ਦਿੱਤਾ ਵੀ ਜਾਓ ਤੁਸੀਂ ਪਹਾੜਾਂ ਵਿੱਚ ਜਾਣਾ ਹੈ, ਜਿੱਥੇ ਲੋੜ ਪੈ ਗਈ ਇਹਦੀ ਵਰਤੋਂ ਕਰ ਲੈਣੀ। ਜਦੋਂ ਉੱਥੇ ਗਏ, ਲੋਕ ਵਰਤ ਰੱਖਦੇ ਸਨ, ਲੋਕਾਂ ਨੇ ਵਰਤ ਰੱਖਿਆ, ਭਾਈ ਸਾਹਿਬ ਨੇ ਅੱਗ ਬਾਲ ਲਈ, ਗ੍ਰਿਫਤਾਰ ਕੀਤੇ ਗਏ ਬਾਦਸ਼ਾਹ ਵੱਲੋਂ। ਬਾਦਸ਼ਾਹ ਦਾ ਬੇਟਾ ਬਿਮਾਰ ਹੋ ਗਿਆ, ਲੜਕਾ। ਭਾਈ ਸਾਵਣ ਮੱਲ ਨੇ ਉਹ ਰੁਮਾਲ ਜਿਹੜਾ ਉਹਦੇ ਉੱਤੇ ਜਿਹੜਾ ਹੈ ਉਹਨੂੰ ਛੋਇਆ ਤੇ ਉਹ ਠੀਕ ਹੋ ਗਿਆ, ਗੁਰੂ ਦੀ ਬਰਕਤ ਸੀ। ਤਾਂ ਭਾਈ ਸਾਵਣ ਮੱਲ ਦੀ ਜੈ ਜੈਕਾਰ ਹੋਣ ਲੱਗ ਪਈ। ਤੇ ਜਦੋਂ ਸ਼ੋਹਰਤ ਆਈ, ਵਡਿਆਈ ਆਈ, ਉੱਥੇ ਹੁਣ ਭੁੱਲ ਗਏ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਬਰਕਤਾਂ ਮੇਰੀਆਂ ਨੇ। ਤੇ ਜਦੋਂ ਸਾਧ ਸੰਗਤ ਜੀ ਵਾਪਸ ਆਏ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗਾ, ਉਹਨਾਂ ਨੇ ਕਿਹਾ ਵੀ ਲਿਆਓ ਆ ਜਿਹੜਾ ਤੁਹਾਨੂੰ ਅਮਾਨਤ ਦਿੱਤੀ ਸੀ ਰੁਮਾਲ, ਆ ਥੋੜਾ ਜਿਹਾ ਦਿਖਾਓ। ਜਦੋਂ ਰੁਮਾਲ ਲੈ ਲਿਆ ਤੇ ਸਾਰੀਆਂ ਜਿਹੜੀਆਂ ਬਰਕਤਾਂ ਸਨ ਗੁਰੂ ਸਾਹਿਬ ਨੇ ਵਾਪਸ ਲੈ ਲਈਆਂ, ਕਿਉਂਕਿ ਉਹ ਦੁਰਵਰਤੋਂ ਕਰ ਰਹੇ ਸਨ ਗੁਰੂ ਪਦਵੀ ਦੀ। ਇਸ ਤਰ੍ਹਾਂ ਇਹ ਇੱਕ ਸੰਜੋਗ ਬਣਾਇਆ ਕਿ ਸਤਿਗੁਰੂ ਨੇ ਆਪਣੇ ਕੰਮ ਨੂੰ ਫੈਲਾਉਣ ਵਾਸਤੇ ਗੁਰਮੁਖ ਪੈਦਾ ਕੀਤੇ ਹਨ। ਜਿਸ ਵਕਤ 10 ਪਾਤਸ਼ਾਹੀਆਂ ਦਾ ਸਮਾਂ ਪੁੱਗਿਆ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਵਕਤ ਆਇਆ, ਤੇ ਉਹਨਾਂ ਨੇ ਇਹਨੂੰ ਹੋਰ ਸੁਰੱਖਿਅਤ ਕਰਨ ਵਾਸਤੇ ਕਿ ਸ਼ਬਦ ਗੁਰੂ ਹੈ, 10 ਪਾਤਸ਼ਾਹੀਆਂ ਦਾ ਸਿਧਾਂਤ ਪਰਪੱਕ ਕਰਨ ਵਾਸਤੇ ਸੰਸਾਰ ਦੇ ਵਿੱਚ ਵੀ ਇਹਦੇ ਵਿੱਚ ਕੋਈ ਰਲਾ ਨਾ ਪਾਏ, ਇਹਦੇ ਵਿੱਚ ਕੋਈ ਨਵਾਂ ਕੋਈ ਆਪਣਾ
13ਵਾਂ 14ਵਾਂ 15ਵਾਂ ਗੁਰੂ ਨਾ ਚਲਾ ਲਵੇ। ਸਤਿਗੁਰਾਂ ਨੇ ਉੱਥੇ ਖਾਲਸੇ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ, ਪਰ ਉੱਥੇ ਇੱਕ ਕੰਮ ਜਿਹੜਾ ਗੁਰੂ ਦੇਹ ਕਰਦੇ ਸੀ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਨਾਮ ਦਿੱਤਾ ਫਿਜ਼ੀਕਲ ਤੌਰ ਤੇ, ਸਰੀਰਕ ਤੌਰ ਤੇ, ਜਿਵੇਂ 10 ਪਾਤਸ਼ਾਹੀਆਂ ਨੇ ਆਪਣੇ ਗੁਰਸਿੱਖਾਂ ਨੂੰ ਚਰਨ ਪੌਲ ਦਿੱਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਫਿਰ ਉਸ ਵਕਤ ਇੱਕ ਨਵਾਂ ਤਰੀਕਾ ਤੋਰ ਦਿੱਤਾ। ਉਹ ਤਰੀਕਾ ਕਿਹੜਾ ਸੀ? ਉਹ ਤਰੀਕਾ ਸੀ ਸਤਿਗੁਰਾਂ ਨੇ ਗੁਰਤਾ ਰੱਖੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ, ਔਰ ਸਾਧ ਸੰਗਤ ਜਿਹੜਾ ਨਾਮ ਦੀ ਦਾਤ 10 ਪਾਤਸ਼ਾਹੀਆਂ ਦਿੰਦੀਆਂ ਰਹੀਆਂ, ਆਪਣੇ ਸਰੀਰ ਦੁਆਰਾ ਸਿੱਖ ਨੂੰ ਕਹਿੰਦੀਆਂ ਰਹੀਆਂ ਬੋਲ ਵਾਹਿਗੁਰੂ, ਉਸ ਦਾਤ ਨੂੰ ਸੱਚੇ ਪਾਤਸ਼ਾਹ ਜੀ ਨੇ 5 ਪਿਆਰਿਆਂ ਵਿੱਚ ਰੱਖ ਦਿੱਤਾ। ਬਈ ਨਾਮ ਦੇਣਾ ਉਹਨਾਂ ਨੇ, ਪਰ ਨਾਲ ਫਿਰ ਉਹ ਜਿਹੜੀ ਪਦਵੀ ਸੀ ਗੁਰਮੁਖ ਦੀ ਉਹ ਰਾਖਵੀਂ ਰੱਖੀ, ਔਰ ਕਹਿ ਦਿੱਤਾ ਕਿ ਨਾਮ ਜਿਹੜੇ ਜਪਾਉਣ ਵਾਲੇ ਨੇ ਉਹਦੇ ਵਿੱਚ ਸਹਾਇਕ ਨੇ ਉਹ ਤਾਂ ਗੁਰਮੁਖ ਨੇ, ਪਰ ਦੇਣ ਵਾਲੇ 5 ਪਿਆਰੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ। ਇਹ ਸਿਸਟਮ ਪਰਪੱਕ ਕਰ ਦਿੱਤਾ। ਇਉਂ ਕਹਿ ਲਓ 5 ਪਿਆਰੇ ਸਿਰਫ ਨਾਮ ਡਰਿਲ ਕਰਦੇ ਨੇ, ਪਾਉਂਦੇ ਨੇ ਜ਼ਮੀਨ ਵਿੱਚ, ਬੀਜ ਦਿੰਦੇ ਨੇ ਨਾਮ ਦੀ ਦਾਤ। ਉਹਦੇ ਤੋਂ ਬਾਅਦ ਫਿਰ ਸਤਿਗੁਰੂ ਨੇ ਸਾਧ ਸੰਗਤ ਦੀ ਵਿਆਖਿਆ ਕੀਤੀ, ਔਰ ਫਿਰ ਬਾਣੀ ਵਿੱਚ ਇਹ ਕਹਿ ਦਿੱਤਾ ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿਨ ਜਾਣਦੇ। ਇੱਥੇ ਖਿਆਲ ਰੱਖਣਾ 3 ਜਨ ਬਹੁਵਚਨ ਹੈ। ਗੁਰੂ ਸਾਹਿਬ ਨੇ ਇੱਕ ਨਾਲ ਨਹੀਂ ਬੰਨਿਆ, ਕਿਤੇ ਵੀ ਬਹੁਵਚਨ ਦਿੱਤਾ ਹੈ। ਕਿਤੇ ਵੀ ਤੁਸੀਂ ਗੁਰਮੁਖਾਂ ਦੀ ਗੱਲ ਕਰੋਗੇ ਬਹੁਵਚਨ ਵਿੱਚ ਆਏਗੀ, ਔਰ ਇਹਨੂੰ ਸਾਧ ਸੰਗਤ ਸਤਿਗੁਰੂ ਨੇ ਕਿਹਾ ਹੈ। ਉਹਨਾਂ ਦੀ ਸ਼ਰਨ ਵਿੱਚ, ਉਹਨਾਂ ਦੀ ਸੰਗਤ ਵਿੱਚ ਰਹਿਣਾ ਬੜਾ ਜ਼ਰੂਰੀ ਹੈ। ਔਰ ਜਿਹੜੇ ਵੀ ਗੁਰਮੁਖ 10 ਪਾਤਸ਼ਾਹੀਆਂ ਤੇ ਭਰੋਸਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 5 ਪਿਆਰਿਆਂ ਤੋਂ ਨਾਮ ਦੀ ਦਾਤ ਪ੍ਰਾਪਤ ਕਰਦੇ ਨੇ, ਉਹਦੇ ਵਾਸਤੇ ਹਦਾਇਤ ਹੈ ਉਹਨਾਂ ਨੂੰ ਕਿ ਪਰਤ ਕੇ ਉਹਨਾਂ ਦੀ ਸੰਗਤ ਕੀਤੀ ਜਾਏ ਜਿਨ੍ਹਾਂ ਨੇ ਇਸ ਨਾਮ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ ਉਹਨਾਂ ਦੇ ਨਾਲ। ਔਰ ਉਸੇ ਦੀ ਵਿਆਖਿਆ ਕਹਿ ਰਹੇ ਨੇ ਸੰਤ ਸਰਨ ਜੋ ਜਨ ਪਰੈ। ਇੱਥੇ ਸ਼ਰਨ ਦਾ ਅਰਥ ਹੈ ਉਹਨਾਂ ਦੀ ਸੰਗਤ ਕਰਨੀ, ਉਹਨਾਂ ਦੀ ਸ਼ਰਨ ਵਿੱਚ ਜਾਣਾ, ਉਹਨਾਂ ਨੂੰ ਆਪਣਾ ਆਪ ਸੌਂਪ ਦੇਣਾ। ਜਿਹੜੇ ਅਕਾਲ ਪੁਰਖ ਗੁਰੂ ਦੇ ਚਰਨਾਂ ਨਾਲ ਇੱਕ ਹੋ ਚੁੱਕੇ ਨੇ ਉਹਨਾਂ ਨੂੰ ਆਪਣਾ ਆਪ ਦੇਣਾ, ਪਿਆਰ ਨਾਲ ਉਹਨਾਂ ਦੀ ਸੇਵਾ ਕਰਨੀ, ਉਹਨਾਂ ਦਾ ਸਤਿਕਾਰ ਕਰਨਾ। ਉਹ ਫਿਰ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੱਕ ਲੈ ਕੇ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਰਾਹ ਆਉਂਦਾ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਇਸ ਮਾਰਗ ਤੇ ਕੋਈ ਮੀਲ ਪੱਥਰ ਥੋੜ੍ਹੀ ਹੈ ਵੀ ਇੱਧਰ ਰੱਬ ਦੀ ਸੜਕ ਜਾਂਦੀ ਹਾਈਵੇ ਹੈ। ਸਤਿਗੁਰੂ ਨੇ ਕਿਹਾ ਇੱਥੇ ਕੋਈ ਨਹੀਂ ਦੱਸ ਸਕਦਾ ਵੀ ਇਸ ਸੜਕ ਨੂੰ ਜਾਓ, ਇਸ ਰਾਹ ਨੂੰ ਜਾਓ। ਇੱਥੇ ਤਾਂ ਤੁਹਾਨੂੰ ਕਾਫਲੇ ਦੇ ਵਿੱਚ ਤੁਰਨਾ ਪਏਗਾ, ਕਾਫਲੇ ਵਿੱਚ ਸਿੱਧਾ ਨਹੀਂ ਜਾ ਸਕੋਗੇ, ਨਾ ਕੋਈ ਨਕਸ਼ਾ ਬਣਾ ਕੇ। ਬੜੇ ਲੋਕਾਂ ਨੇ ਹੁਣ ਯਤਨ ਕੀਤਾ, ਉਹ ਕਹਿੰਦੇ ਨੇ ਗੁਰਦੁਆਰੇ ਦੀ ਹੁਣ ਲੋੜ ਹੀ ਕੀ ਰਹਿ ਗਈ। ਮੈਂ ਪਿੱਛੇ ਜੀ ਹੈਰਾਨ ਹੋਇਆ, ਇੱਕ ਚੰਗੇ ਭਲੇ ਸਿਆਣੇ ਵਿਆਖਿਆਕਾਰ ਨੇ ਲੋਕਾਂ ਨੂੰ ਸਮਝਾਇਆ, ਕਹਿਣ ਲੱਗੇ ਹੁਣ ਤੇ ਵਿਗਿਆਨ ਆ ਗਿਆ ਜੀ, ਕੋਈ ਲੋੜ ਹੀ ਨਹੀਂ। ਇੱਥੋਂ ਤੱਕ ਕਹਿ ਦਿੱਤਾ ਵੀ ਸਹਿਜੇ ਸਹਿਜੇ ਨਾ ਗੁਰਦੁਆਰਿਆਂ ਵਿੱਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਵੀ ਲੋੜ ਨਹੀਂ ਰਹਿਣੀ। ਕਿਉਂ? ਕਹਿੰਦੇ ਸਾਰਿਆਂ ਦੇ ਮੋਬਾਈਲ ਵਿੱਚ ਗੁਰੂ ਗ੍ਰੰਥ ਸਾਹਿਬ ਹੈ, ਜਿੱਥੋਂ ਮਰਜ਼ੀ ਪੜ੍ਹ ਲਓ। ਉਹਨਾਂ ਨੂੰ ਸਿੱਖੀ ਦੇ ਕਨਸੈਪਟ ਦੀ ਸਮਝ ਹੀ ਨਹੀਂ ਆਈ ਕਿ ਜਿੰਨਾ ਚਿਰ ਤੁਸੀਂ ਸਾਧ ਸੰਗਤ ਨਹੀਂ ਕਰਦੇ, ਗੁਰੂ ਕੀ ਹਜ਼ੂਰੀ ਵਿੱਚ ਸਰੀਰਕ ਤੌਰ ਤੇ ਨਹੀਂ ਬਹਿੰਦੇ ਆ ਕੇ, ਉਹਨਾਂ ਚਿਰ ਕਿਸੇ ਮੀਡੀਆ ਦੇ ਰਾਹੀਂ, ਕਿਸੇ ਇੰਟਰਨੈਟ ਦੇ ਰਾਹੀਂ ਨਕਸ਼ਿਆਂ ਤੇ ਉਹਨੂੰ ਸਮਝਿਆ ਨਹੀਂ ਜਾ ਸਕਦਾ। ਉੱਥੇ ਤੇ ਕਾਫਲੇ ਵਿੱਚ ਕਿਸੇ ਦੇ ਨਾਲ ਤੁਰਿਆ ਜਾਂਦਾ ਹੈ। ਇਸ ਕਰਕੇ ਸਾਹਿਬ ਬਾਣੀ ਵਿੱਚ ਬਚਨ ਕਰਦੇ ਨੇ। ਸਾਹਿਬ ਕਹਿੰਦੇ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਪੁੱਛਿਆ ਗਿਆ ਕਿ ਉਹ ਸੁੰਦਰ ਕਿਹੜੀ ਗਲੀ ਵਿੱਚ ਮਿਲੇਗਾ, ਉਹਦਾ ਰਾਹ ਕਿਹੜਾ, ਗਲੀ ਨੰਬਰ ਕਿਹੜਾ, ਘਰ ਕਿਹੜਾ। ਕਹਿੰਦੇ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ। ਰੱਬ ਦੇ ਪਿਆਰਿਆਂ ਨੂੰ ਪੁੱਛਿਆ ਬਈ ਤੁਸੀਂ ਮਾਰਗ ਦੱਸ ਦਿਓ, ਤੁਸੀਂ ਰਾਹ ਦੱਸੋ, ਕਿੱਧਰ ਨੂੰ ਜਾਈਏ, ਕਿਹੜੇ ਮੋੜ ਤੇ ਮੁੜੀਏ। ਉਹ ਚੁੱਪ ਕਰ ਗਏ। ਕੀ ਦੱਸਣ? ਕਿਉਂਕਿ ਜੇ ਨਹੀਂ ਦੱਸਦੇ ਤੇ ਬੇਸ਼ਰਦਕ ਹੋ ਜਾਏਗਾ, ਇਹ ਕਹੇਗਾ ਇਹਨਾਂ ਨੂੰ ਪਤਾ ਹੀ ਨਹੀਂ, ਤੇ ਰਾਹ ਹੁੰਦਾ ਹੀ ਕੋਈ ਨਹੀਂ। ਚੁੱਪ ਕਰ ਗਏ। ਤੇ ਜੇ ਇਸ਼ਾਰਾ ਕਰਨੇ ਆ ਵੀ ਇੱਧਰ ਜਾਓ ਤੇ ਇਹਨਾਂ ਨੂੰ ਰਾਹ ਕੋਈ ਨਹੀਂ ਲੱਭਣਾ, ਕਿਉਂਕਿ ਸੜਕ ਹੈ ਕੋਈ ਨਹੀਂ, ਬਾਹਰੀ ਤੌਰ ਤੇ ਫਿਜ਼ੀਕਲ ਤੌਰ ਤੇ ਕੋਈ ਰਾਹ ਨਹੀਂ।
ਹਰ ਕੇ ਸੰਤ ਬਤਾਵੋ ਮਾਰਗ, ਤੇ ਉਹ ਚੁੱਪ ਕੀਤੇ ਰਹਿ, ਕਿਉਂਕਿ ਉਹਨਾਂ ਨੂੰ ਪਤਾ ਸੀ ਜੋ ਵੀ ਕਵਾਂਗੇ ਇਹਨਾਂ ਦੀ ਸਮਝ ਨਹੀਂ ਆਉਣਾ। ਉਹਨਾਂ ਨੇ ਕੀ ਕੀਤਾ, ਆਪ ਉਹਦੇ ਘਰ ਵੱਲ ਤੁਰ ਪਏ, ਤੇ ਜਿੰਨੇ ਪੁੱਛਿਆ ਸੀ ਉਹਨੂੰ ਇਸ਼ਾਰਾ ਕਰ ਦਿੱਤਾ ਵੀ ਪਿੱਛੇ ਪਿੱਛੇ ਤੁਰਿਆ, ਤੈਨੂੰ ਮੈਂ ਛੱਡ ਹੀ ਆਵਾਂ ਉਹਦੇ ਘਰ। ਸਮਝ ਕੇ ਨਹੀਂ ਜਾਇਆ ਜਾ ਸਕਦਾ। ਹਰ ਕੇ ਸੰਤ ਬਤਾਵੋ ਮਾਰਗ, ਫਿਰ ਕਹਿੰਦੇ ਹਮ ਪਿੱਛੇ ਲਾਗ ਚਲੀ। ਉਹਨਾਂ ਦੇ ਪਿੱਛੇ ਤਾਂ ਤੁਰਨਾ ਹੀ ਪਊ, ਨਹੀਂ ਤਾਂ ਫਿਰ ਆਪਣੇ ਘਰ ਹੀ ਸੱਚਖੰਡ ਬਣਾ ਲਾਂਗੇ। ਗੁਰੂ ਗ੍ਰੰਥ ਸਾਹਿਬ ਤਾਂ ਹੀ ਕਹਿੰਦੇ ਨੇ ਬਹੁਤੇ ਇਸ ਤਰ੍ਹਾਂ ਦੇ ਵਿਗਿਆਨਕ ਲੋਕਾਂ ਬਾਰੇ, ਉਹ ਕਹਿੰਦੇ ਭੁੱਖੇ ਮੁੱਲਾਂ ਘਰੇ ਮਸੀਤ। ਜਿਹੜਾ ਮੁੱਲਾ ਮਸੀਤ ਵਿੱਚ ਨਹੀਂ ਨਾ ਜਾ ਸਕਦਾ, ਤੁਰਿਆ ਨਹੀਂ ਜਾਂਦਾ, ਰਾਹ ਨਹੀਂ ਆਉਂਦਾ, ਉਹਨੇ ਕਹਿ ਦਿੱਤਾ ਉੱਥੇ ਕੀ ਬਣਾਉਣੀ, ਇੱਥੇ ਬਣਾ ਦਈਏ। ਭੁੱਖੇ ਮੁੱਲਾਂ ਘਰੇ ਮਸੀਤ। ਉਹ ਕਹਿੰਦੇ ਸੱਚਖੰਡ ਸਾਡੇ ਕੋਲ ਹੀ ਹੈ, ਕੀ ਕਰਨਾ ਸੰਗਤ ਕਰਕੇ, ਕੀ ਕਰਨਾ ਗੁਰਦੁਆਰੇ ਜਾ ਕੇ, ਸਾਡੇ ਘਰ ਹੀ ਸਾਰਾ ਕੁਝ ਹੈ, ਡਰਾਇੰਗ ਰੂਮ ਵਿੱਚ ਇੰਟਰਨੈਟ ਲੱਗਾ ਹੋਇਆ ਹੈ, ਜਿਹੜਾ ਮਰਜ਼ੀ ਗਿਆਨ ਪੜ੍ਹ ਲਓ। ਤਾਂ ਇਸ ਤਰ੍ਹਾਂ ਇਹ ਸਤਿਗੁਰੂ ਨੇ ਬਿਲਕੁਲ ਕਲੀਅਰ ਕਰ ਦਿੱਤਾ। ਸਿੱਖੀ ਦਾ ਜਿਹੜਾ ਸਿਧਾਂਤ ਹੈ, ਇਹਦੇ ਵਿੱਚ ਕੋਈ ਰਾਈ ਮਾਤਰ ਵੀ ਦੁਬਦਾ ਨਹੀਂ। ਤਾਂ ਸਤਿਗੁਰੂ ਅੱਜ ਕਹਿ ਰਹੇ ਨੇ ਗੁਰਮੁਖਾਂ ਦੀ ਵਿਆਖਿਆ ਕਰਦੇ ਕਿ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਉਧਰਨ ਦਾ ਮਤਲਬ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਵਿਕਾਸ ਕਰ ਜਾਣਾ। ਉਧਰਨ ਦਾ ਮਤਲਬ ਜਿਵੇਂ ਤੁਸੀਂ ਵੇਖੋਗੇ ਪਨੀਰੀ ਇੱਕ ਥਾਂ ਤੇ ਲੱਗੀ ਹੁੰਦੀ ਬੂਟਿਆਂ ਦੀ, ਜਿੱਥੇ ਬਾਗ ਵਿੱਚ ਫੁੱਲ ਲਾਉਣ ਵਾਸਤੇ ਪਨੀਰੀ ਤਿਆਰ ਕੀਤੀ ਜਾਂਦੀ ਨਾ, ਪਹਿਲਾਂ ਪਨੀਰੀ ਉੱਥੇ ਉਗਦੀ ਫੁੱਲ, ਜੇ ਉਹਨੂੰ ਤੁਸੀਂ ਉੱਥੇ ਹੀ ਰੱਖੋ ਹਰੀ ਜ਼ਰੂਰ ਰਹੇਗੀ, ਪਰ ਛੋਟੇ ਛੋਟੇ ਫੁੱਲ ਲੱਗ ਜਾਣਗੇ, ਸੁੱਕ ਸੜ ਜਾਏਗੀ। ਮਾਲੀ ਕੀ ਕਰਦਾ, ਉੱਥੋਂ ਪੁੱਟ ਕੇ ਤੇ ਬਾਹਰ ਹੋਰ ਕਿਤੇ ਜਾ ਕੇ ਦੂਜੀ ਮਿੱਟੀ ਵਿੱਚ ਵਿਰਲੀ ਕਰਕੇ ਲਾਉਂਦਾ, ਫਿਰ ਉਹਨੂੰ ਵੱਡੇ ਵੱਡੇ ਫੁੱਲ ਲੱਗਦੇ ਨੇ, ਉਹ ਬਾਗ ਬਣ ਜਾਂਦਾ, ਬਗੀਚਾ ਹੋ ਜਾਂਦਾ। ਇਸ ਤਰ੍ਹਾਂ ਜਿੱਥੇ ਅਸੀਂ ਜਨਮ ਲਿਆ ਇਹ ਪਨੀਰੀ ਹੈ ਸਿਰਫ, ਪਰ ਅਸੀਂ ਪਨੀਰੀ ਉੱਥੇ ਹੀ ਲਾਈ ਫਿਰਦੇ ਹਾਂ, ਉੱਥੇ ਛੋਟੇ ਛੋਟੇ ਫੁੱਲ ਉੱਗਦੇ ਨੇ। ਕਈ ਲੋਕ ਕਹਿੰਦੇ ਨੇ ਜੀਵਨ ਤੇ ਇਸ ਤਰ੍ਹਾਂ ਵੀ ਚੱਲਦਾ ਹੀ ਹੈ, ਪਨੀਰੀ ਤੇ ਉੱਥੇ ਵੀ ਹਰੀ ਰਹਿੰਦੀ, ਉਹਨੂੰ ਫੁੱਲ ਕੋਈ ਨਹੀਂ ਲੱਗਦਾ। ਜਿਨ੍ਹਾਂ ਨੇ ਸੋ ਜਨ ਉਧਰਨ ਹਾਰ ਦਾ ਮਤਲਬ ਹੈ ਕਿ ਇਸ ਜੀਵਨ ਵਿੱਚੋਂ ਜਿਹੜਾ ਸਾਨੂੰ ਸਰੀਰਕ ਤੌਰ ਤੇ ਮਿਲਿਆ ਹੈ, ਇੱਥੋਂ ਆਪਣੇ ਆਪ ਨੂੰ ਪੁੱਟ ਕੇ ਗੁਰੂ ਕੇ ਸ਼ਬਦ ਦੀ ਭੂਮੀ ਵਿੱਚ ਬੀਜ ਦਿੱਤਾ, ਉਹ ਉਧਰ ਗਏ, ਉਹਨਾਂ ਦੇ ਜੀਵਨ ਵਿੱਚ ਬਹੁਤ ਕਈ ਪਰਸੈਂਟੇਜ ਵਿੱਚ ਵਿਕਾਸ ਹੋ ਗਿਆ। ਇਸ ਕਰਕੇ ਕਹਿੰਦੇ ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਇੱਥੇ ਤੇ ਫਾਇਦਾ ਦੱਸਿਆ। ਹੁਣ ਅਗਲੀ ਜਿਹੜੀ ਸਾਰੀ ਅਸ਼ਟਪਦੀ ਹੈ ਨਾ, ਉਹ ਸਾਧ ਸੰਗਤ ਬੰਦੇ ਦੇ ਨੁਕਸਾਨ ਦੀ ਵਿਆਖਿਆ ਕੀਤੀ ਕਿ ਜਿਹੜੇ ਲੋਕਾਂ ਨੇ ਨਿੰਦਿਆ ਕੀਤੀ, ਐਸੇ ਲੋਕਾਂ ਦੀ ਜਿਨ੍ਹਾਂ ਨੇ ਨਿੰਦਿਆ ਕੀਤੀ, ਕਿਹੜੇ ਕਿਹੜੇ ਨੁਕਸਾਨ ਉਠਾਉਣੇ ਪਏ, ਉਹ ਸਾਰੇ ਅੱਗੇ ਗਿਣੇ ਗਏ ਨੇ। ਔਰ ਉਹਨਾਂ ਨੂੰ ਸੁਣ ਕੇ ਆਦਮੀ ਕੰਬ ਜਾਂਦਾ ਹੈ, ਡਰ ਜਾਂਦਾ ਹੈ, ਭੈ ਭੀਤ ਹੋ ਜਾਂਦਾ। ਔਰ ਇਹ ਸੱਚਾਈਆਂ ਨੇ, ਬਿਲਕੁਲ ਸੱਚ ਹੈ ਜੋ ਕੁਝ ਅੱਗੇ ਆਉਂਦਾ। ਜਿਨ੍ਹਾਂ ਨੇ ਨਿੰਦਿਆ ਕੀਤੀ, ਪਹਿਲਾਂ ਉਹਨਾਂ ਨੇ ਸ਼ਬਦ ਕਿਹਾ ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਵਤਾਰ ਦੇ ਅਰਥ ਨੇ ਜਨਮ ਲੈਣਾ। ਇੱਕ ਤਾਂ ਉਹਨਾਂ ਨੂੰ ਜਨਮ ਬੜੇ ਲੈਣੇ ਪੈਂਦੇ ਨੇ, ਬਹੁਤ ਜਨਮ। ਔਰ ਇਹ ਵੀ ਕਈ ਥਾਵਾਂ ਤੇ ਵਾਪਰਦਾ ਕਿ ਕਈ ਵਾਰੀ ਤਾਂ ਐਸੇ ਲੋਕ ਜਨਮ ਲੈਣ ਤੋਂ ਪਹਿਲਾਂ ਹੀ ਜਿਉਂਦੇ ਤਾਂ ਹੁੰਦੇ ਨੇ, ਉਹਨਾਂ ਨੂੰ ਜਨਮ ਵੀ ਸਾਧ ਸੰਗਤ ਜੀ ਅਖਤਿਆਰ ਨਹੀਂ ਹੁੰਦਾ। ਜਨਮ ਲੈਂਦਿਆਂ ਸਾਰ ਮੌਤ, ਜਾਂ ਜਨਮ ਤੋਂ 1 ਮਹੀਨਾ ਪਹਿਲਾਂ ਮੌਤ, ਇਸ ਤਰ੍ਹਾਂ ਹੁੰਦਾ ਜਾਂਦਾ। ਇਹ ਸਾਰੀ ਉਹਨਾਂ ਲੋਕਾਂ ਦੀ ਨਿੰਦਿਆ ਦੀ ਵਾਦੀ ਦੇ ਕਾਰਨ ਹੈ। ਔਰ ਅੱਗੇ ਬਚਨ ਕਹਿੰਦੇ ਸੰਤ ਕੈ ਦੁਖਨ ਆਰਜਾ ਘਟੈ। ਆਰਜਾ ਦੇ ਅਰਥ ਨੇ ਉਮਰ। ਹੁਣ ਨਿੰਦਿਆ ਸ਼ਬਦ ਤੇ ਥੋੜੀ ਜਿਹੀਆਂ ਬੇਨਤੀਆਂ ਕਰਦੇ, ਕਿਉਂਕਿ ਇਹ ਤੇ ਸਰਲ ਸਿੱਧੇ ਅਰਥ ਨੇ ਸਾਰੇ। ਨਿੰਦਿਆ ਕੀ ਹੈ? ਇੱਕ ਇੰਨਾ ਭਾਰਾ ਦੋਸ਼ ਜਿਹੜਾ ਮਨੁੱਖ ਦੇ ਸਾਰੇ ਜਪ ਤਪ ਹੂੰਝ ਕੇ ਰੱਖ ਦਿੰਦਾ, ਜਿਹੜਾ ਉਹਦੇ ਕੀਤੇ ਹੋਏ ਸ਼ੁਭ ਕਰਮ ਸਾੜ ਕੇ ਸੁਆਹ ਕਰ ਦਿੰਦਾ। ਨਿੰਦਿਆ ਹੈ ਕੀ? ਕਈ ਵਾਰੀ ਬੜੇ ਗੁਰਮੁਖੇ ਦੇ ਬਾਰੇ ਸਵਾਲ ਕਰਦੇ, ਕਿਉਂਕਿ ਨਿੰਦਿਆ ਹੋ ਜਾਂਦੀ ਮਨੁੱਖ ਤੋਂ, ਆਪਣੇ ਆਪ ਪਤਾ ਨਹੀਂ ਲੱਗਦਾ। ਉਹ ਕਹਿੰਦੇ ਨੇ ਵੀ ਨਿੰਦਿਆ ਕੀ? ਜੇ ਆਦਮੀ ਸੱਚੀ ਗੱਲ ਕਰੇ ਕਿ ਉਹ ਨਿੰਦਿਆ ਹੈ,
जो सच्चाई वेखी वो निंदिया है। जे किसी की बुराई वेखी तो ਉਹਦੀ बुराई ਨੂੰ इस ढंग नाल किया गया कि वो बुराई छड्ड जाए, ਉਹਦੇ ਨਾਲ ਗੱਲ ਕੀਤੀ गई पर्दे नाल, फिर वो निंदिया नहीं है। जे किसी की बुराई वेख के यतन करना भी वो बुराई तो बच जाए तो पिछले किए हुए तो ਇਹਦਾ पर्दा पै जाए, दी बदनामी ना होवे, वो निंदिया नहीं है। ख्याल रखना वो तो अंदर परोपकार की भावना है ना, वो तो मन दे विच ये है भी इस आदमी का उधार हो जाए। पर जे असी उहदी कंड दे पिछे ये चाहिए कि ये होर बुराइयां करी जाए तो असी होर निंदिया करिए तां कि इसदी बदनामी हो जाए, संसार दे विच बदनामी करा के इहनूं संसार विच जिउण जोगा ना छड्डीए, उस नूं निंदिया कहा गया है। ये मैं सरल जिहा अर्थ आप जी ने नाल कीते ने। किसी मनुख की कंड पिछे निंदिया करन, वैसे हुण तां असीं इन्हां चीज़ां नूं छड्ड दिता है। जिहड़ा आदमी साडे कोलों उठ के जांदा है, साडी एक आदत बन चुकी है, 4-5 आदमी इकट्ठे बैठे ने ते जे साध संगत तो कोल बैठा है तो उहदी वडियाई करी जानी, उहदे कोल सच नहीं कहना। ते जे वो उठ के गया विचों चौथा भावें मित्र ही होवे, उहदे निकलण दी देर है ते पिछों उहदी निंदिया करनी शुरू कर दित्ती रल के। ये है निंदिया, किसी दे कंड पिछे करनी। और रहतनामिਆਂ विच लिखिया कि सिख दी कंड पिछे निंदिया करे सो तनखाइया है। कंड पिछे दा मतलब जदों चला जाए, ਉਹਦੇ ਮੂੰਹ ਤੇ ਕਹਿ ਦੇ तेरी जिहड़ी बुराई है वो गल होर है। हाँ, कहण वाले नूं ਇਹ ਵੇਖਣਾ ਪਏਗਾ ਉਹ ਆਪ ਕੀ ਕਰਦਾ ਹੈ, ਇਹ भी ख्याल रखना। ਅਸੀਂ ਨਿੰਦਿਆ ਦੇ ਅਧਿਕਾਰ ਤੇ ਚਾਹੁੰਦੇ ਹਾਂ, पर ਅਸੀਂ ਆਪ ਕਿਹੜੀ ਦੁਨੀਆ ਵਿੱਚ ਵਿਚਰਨੇ ਹਾਂ, ਸਾਡੇ ਕੋਲ ਕੀ ਪਤਾ ਅਧਿਕਾਰ ਹੀ ਨਾ ਹੋਣ। ਤਾਂ ਨਿੰਦਿਆ ਦੇ ਅਰਥ ਹੋਣਗੇ। ਨਿੰਦਿਆ ਕੀ ਹੈ? ਸਤਿਗੁਰੂ ਕਹਿੰਦੇ ਨਿੰਦਿਆ ਹੈ ਕਿਸੇ ਦੇ ਜੀਵਨ ਵਿੱਚ ਆਈ ਹੋਈ ਗਿਰਾਵਟ ਦੇ ਵਿੱਚੋਂ, ਕਿਸੇ ਦੇ ਜੀਵਨ ਵਿੱਚ ਆਈ ਗਿਰਾਵਟ ਦੇ ਵਿੱਚੋਂ ਉਹਦੀ ਬੁਰਾਈ ਲੱਭਣਾ ਔਰ ਉਸ ਨੂੰ ਫੈਲਾਉਣਾ, ਉਹ ਨਿੰਦਿਆ ਹੈ। ਇਸ ਕਰਕੇ ਕਹਿੰਦੇ ਨੇ ਨਿੰਦਿਆ ਤੋਂ ਬਚਣਾ। ਔਰ ਇੱਕ ਸ਼ਬਦ ਭਗਤ ਰਵਿਦਾਸ ਜੀ ਦਾ ਆਪ ਜੀ ਨਾਲ ਮੈਂ ਸਾਂਝਾ ਕਰਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਇਹਦੇ ਉੱਤੇ ਬਹੁਤ ਖੁਲਾਸਾ ਕੀਤਾ ਔਰ ਤਾੜਨਾ ਕੀਤੀ ਹੈ। ਰਵਿਦਾਸ ਜੀ ਕਹਿੰਦੇ ਨੇ ਇੱਕ ਆਦਮੀ ਮੈਂ ਵੇਖਿਆ, ਇੱਕ ਸਿਰੇ ਤੋਂ ਲੱਗਾ ਤੇ ਦੂਸਰੇ ਸਿਰੇ ਤੱਕ ਜਿੰਨੇ ਤੀਰਥ ਸਨ, ਜਿੰਨੇ ਸਰੋਵਰ ਸਨ ਤੇ ਜਿੰਨੀਆਂ ਨਦੀਆਂ ਸਨ, ਸਾਰੀਆਂ ਤੇ ਉਹਨੇ ਇਸ਼ਨਾਨ ਕੀਤਾ। फिर अपने पिंड आ गया तो रोज़ 12 प्रकार दियां सिलां दी पूजा करता है। 12 सिलावां ने हिंदू मत विच। फिर उन्हें कहते कई राहां दे उत्ते खूह भी लवाए, छबीलां भी लवाइयां, बड़े चंगे काम कीते। कहते इन्ने चंगे काम करके पर उहदी वादी सी निंदिया करन दी, निंदिया करके उन्हें सारा कुछ उस वेले नष्ट कर दिता, खराब कर दिता। बहुत प्यारा शब्द है। जे वह 68 तीर्थ नहावै, कोई भी मनुख है जो 68 तीर्थों का इशनान करदा, जे वो 68 तीर्थ नहावै, जे वो दुआ 10 सिला पुजावै, दुआ 10 2 ते 10 12 सिलां की पूजा करदा जां करवाउंदा पैसे दे के, जे वो दुआ 10 सिलां पुजावै, जे वह कूप तटां दे वावै, तटां दे अर्थ ने किनारा, सड़कां दे किनारे ते उन्हें खूह लवाए, कूप दा अर्थ है कूप। भगत जी कहंदे करै निंद सब बिरथा जावै, जे वो मनुख निंदिया करदा है तो सब कुछ व्यर्थ चला जाएगा। अगे होर एक पैरा दिता है शब्द विच, बड़े प्यारे शब्द कहंदे ने भगत रविदास जी। कहते ने साध का निंदक कैसे तरह सर पर जानो नरक ही पर है। वो किवें तर सकता इस तरह के कर्म करके। फिर बचन कीते जे वो ग्रहण करे कुल खेत, कुरुक्षेत्र ग्रहण ते जाए, सूरज ग्रहण ते बड़ा वड्डा पुण्य मन्निया जांदा सी हिंदू मत के अनुसार। जे वो ग्रहण करे कुल खेत, अरपै नार सिंगार समेत,
ਆਪਣੀ ਇਸਤਰੀ ਸ਼ਿੰਗਾਰ ਦੇ ਸਮੇਤ ਦਾਨ ਕਰਦਾ ਹੈ। ਆਪ ਜੀ ਕਹੋਗੇ ਇਹ ਕਿਵੇਂ ਦੀ ਗੱਲ ਵਿੱਚ ਆ ਗਈ, ਇਸਤਰੀ ਦਾਨ ਕਰਨੀ ਸ਼ਿੰਗਾਰ ਕਰਕੇ। ਸਾਧ ਸੰਗਤ ਜੀ, ਵਿਸ਼ਵਾਸ ਵੈਸੇ ਤੇ ਸ਼ਰਧਾ ਚੀਜ਼ ਤੇ ਬੜੀ ਵੱਡੀ ਹੈ। ਧਰਮ ਦੇ ਮਾਰਗ ਵਿੱਚ ਇਹ ਬੜਾ ਕੰਮ ਦਿੰਦੀ, ਸ਼ਰਧਾ ਤੇ ਵਿਸ਼ਵਾਸ। ਪਰ ਕਈ ਵਾਰੀ ਇਸ ਦੇਸ਼ ਦੇ ਵਿੱਚ ਸ਼ਰਧਾ ਦੇ ਤੇ ਨਾਂ ਦੇ, ਇਹਦੇ ਵਿਸ਼ਵਾਸ ਦੇ ਨਾਂ ਦੇ ਉੱਤੇ ਇੰਨਾ ਵਿਭਚਾਰ ਚੱਲਿਆ, ਇੰਨੀਆਂ ਗਲਤੀਆਂ ਹੋਈਆਂ ਨੇ ਕਿ ਉਹਨਾਂ ਦੀ ਵਿਆਖਿਆ ਕਰਨੀ ਕਠਿਨ ਹੈ। ਵਿਸ਼ਵਾਸ ਹੋ ਗਿਆ, ਅਜੇ ਤੱਕ ਚੱਲਦਾ। ਲੋਕ ਆਪਣੇ ਸੁਪਨੇ ਸੁਣਾ ਕੇ ਦੂਜਿਆਂ ਦੇ ਘਰ ਲੁੱਟ ਲੈਂਦੇ ਨੇ। ਮੈਨੂੰ ਇਹ ਸੁਪਨਾ ਆਇਆ ਸੀ ਜੀ, ਗੁਰੂ ਗੋਬਿੰਦ ਸਿੰਘ ਨੇ ਕਿਹਾ ਤੂੰ ਆਹ ਕੰਮ ਕਰ ਲੈ। ਬੜੇ ਲੋਕ ਮੈਂ ਸੁਣੇ ਇਸ ਤਰ੍ਹਾਂ ਦੇ। ਚਰਨ ਬਹੁਤ ਡਿੱਗਾ ਤੇ ਨਾਂ ਲੈਣਾ ਵਿੱਚ ਗੁਰੂ ਦਾ। ਇਹ ਅਰਪੈ ਨਾਰ ਸ਼ਿੰਗਾਰ ਸਮੇਤ ਕੀ ਸੀ ਵੀ ਪੰਡਤ ਜੀ ਨੇ ਇਹ ਸੰਵਿਧਾਨ ਬਣਾ ਦਿੱਤਾ। ਪੰਡਤ ਨੇ ਸੰਵਿਧਾਨ ਬਣਾ ਦਿੱਤਾ ਕਿਹੜਾ, ਵੀ ਜੇ ਤੇ ਸਿੱਧਾ ਤੁਸੀਂ ਆਚਰਨਹੀਣ ਹੁੰਦੇ ਹੋ, ਕਰੈਕਟਰਲੈਸ ਹੁੰਦੇ ਹੋ ਤੇ ਠੀਕ ਨਹੀਂ ਲੱਗਣਾ। ਬਸ ਇੱਕ ਹੋਰ ਸੰਵਿਧਾਨ ਬਣਾ ਦਿੱਤਾ, ਇੱਥੇ ਆਪਣੀ ਇਸਤਰੀ ਤੁਸੀਂ ਸੌਂਪ ਦਿਓ ਸਾਨੂੰ, ਤੇ ਜਦੋਂ ਮਰ ਕੇ ਜਾਓਗੇ ਅੱਗੇ ਇਸਤਰੀ ਮਿਲ ਜਾਏਗੀ ਤੁਹਾਨੂੰ। ਇਹ ਕਹਿ ਦਿੱਤਾ ਔਰ ਇਹ ਝੂਠ ਚੱਲਿਆ। ਸੱਚ ਇਹ ਹੈ, ਵਿਸ਼ਵਾਸ ਤੇ ਸ਼ਰਧਾ ਇੰਨੀ ਚੰਗੀ ਚੀਜ਼ ਹੈ ਵੀ ਪਰਮਾਤਮਾ ਦਾ ਪੰਧ ਬਿਲਕੁਲ ਛੋਟਾ ਕਰ ਦਿੰਦੀ। ਪਰ ਜਿੱਥੇ ਇਹਦੇ ਵਿੱਚ ਚੰਗਿਆਈ ਬੜੀ ਵੱਡੀ ਹੈ, ਇਹਦੇ ਵਿੱਚ ਇੱਕ ਅਵਗੁਣ ਵੀ ਹੈ ਕਿ ਜਿਹੜਾ ਵਿਅਕਤੀ ਇਹਦੇ ਵਿੱਚ ਬਹਿ ਜਾਏ, ਉਹਦੇ ਤੋਂ ਤੁਸੀਂ ਜੋ ਕੁਝ ਮਰਜ਼ੀ ਕਰਵਾ ਲਓ, ਸਿਰ ਨਹੀਂ ਚੁੱਕੇਗਾ, ਸਭ ਕੁਝ ਪ੍ਰਵਾਨ ਕਰ ਲਏਗਾ, ਜੋ ਮਰਜ਼ੀ ਕਰਵਾਈ ਜਾਓ। ਇਸ ਲਈ ਗੁਰੂ ਸਾਹਿਬ ਨੇ ਵਿਸ਼ਵਾਸ ਦੀ ਵੀ ਗੱਲ ਕੀਤੀ ਹੈ ਤੇ ਗਿਆਨ ਦੀ ਵੀ ਗੱਲ ਕੀਤੀ। ਕਿਸੇ ਹੱਦ ਤੱਕ ਵਿਸ਼ਵਾਸ, ਤੂੰ ਵੇਖ ਕਿੱਥੋਂ ਤੱਕ ਜਾ ਰਿਹਾ, ਕਿੱਥੋਂ ਤੱਕ ਇਸ ਕਾਰਜ ਵਿੱਚ ਤੂੰ ਤੁਰੇਂਗਾ। ਤਾਂ ਉਹ ਜਿਹੜੇ ਲੋਕ ਸਨ ਉਹ ਕਹਿੰਦੇ ਵੀ ਸਮੇਤ ਸ਼ਿੰਗਾਰ ਦੇ ਨਾਰ ਅਰਪਣ ਕਰ ਦਿਓ। ਰਵਿਦਾਸ ਜੀ ਕਹਿੰਦੇ ਕੋਈ ਇਹ ਵੀ ਕਰਦਾ ਹੈ, ਜੇ ਉਹ ਗ੍ਰਹਿਣ ਕਰੈ ਕੁਲ ਖੇਤ ਅਰਪੈ ਨਾਰ ਸ਼ਿੰਗਾਰ ਸਮੇਤ। ਫਿਰ ਕਹਿੰਦੇ ਸਗਲੇ ਸਿਮਰਤ ਸਰਬ ਨੇ ਸੁਣੈ, ਕਰੈ ਨਿੰਦ ਕਵਨੈ ਨਹੀਂ ਗੁਣੈ। ਜੇ ਕੋਈ ਮਨੁੱਖ ਸਾਰੀਆਂ ਸਿਮਰਤੀਆਂ 27 ਨੇ, ਸਾਰੀਆਂ ਦਾ ਪਾਠ ਕਰਾਏ ਤੇ ਕੋਲ ਬਹਿ ਕੇ ਸੁਣੇ, ਖਿਆਲ ਰੱਖਣਾ ਇੰਨਾ ਸੁਣੇ, ਏਡਾ ਵੱਡਾ ਧਰਮਾਤਮਾ। ਸਗਲੀ ਸਿਮਰਤ ਸਰਬਣੀ ਸੁਣੈ, ਕਰੈ ਨਿੰਦ ਕਵਨੈ ਨਹੀਂ ਗੁਣੈ। ਇਹ ਕੰਮ ਕਿਸੇ ਕੰਮ ਨਹੀਂ ਆਉਂਦੇ, ਗੁਣ ਕਿਸੇ ਕੰਮ ਨਹੀਂ ਆਉਂਦੇ। ਹੁਣ ਨਿੰਦਿਆ ਦਾ ਇੰਨਾ ਵੱਡਾ ਵਜਰ ਪਾਪ ਹੈ। ਇਹਦੇ ਤੋਂ ਅੱਗੇ ਹੋਰ ਵੀ ਕੁਝ ਗੱਲਾਂ ਨਿੰਦਿਆ ਦੇ ਪੱਖ ਵਿੱਚ ਕਹੀਆਂ ਨੇ ਭਗਤ ਰਵਿਦਾਸ ਜੀ ਨੇ। ਉਹ ਕਹਿੰਦੇ ਨਿੰਦਿਆ ਵਿੱਚ ਕਿੰਨਾ ਵੱਡਾ ਆਪਣਾ ਬਿਗਾਰ ਬਰਾਨਾ ਸੰਢ ਹੈ। ਜੇ ਕੋਈ ਬੰਦਾ ਆਪਣਾ ਘਰ ਗਵਾ ਕੇ ਦੂਜਿਆਂ ਦੇ ਘਰ ਵਸਾਦਾ ਤੇ ਫਿਰ ਨਿੰਦਿਆ ਕਰੇ, ਪੱਲੇ ਉਹਦੇ ਕੱਖ ਨਹੀਂ ਰਹਿੰਦਾ। ਇੰਨਾ ਵੱਡਾ ਅਵਗੁਣ। ਇਸ ਕਰਕੇ ਇਹ ਬੱਜਰ ਪਾਪ ਹੈ, ਖਿਆਲ ਰੱਖਣਾ। ਨਿੰਦਿਆ ਜਿਹੜੀ ਹੈ ਬੱਜਰ ਅਪਰਾਧ ਹੈ। ਜਿਵੇਂ ਬੱਜਰ ਪਾਪ, ਬੱਜਰ ਕੁਰੈਤਾਂ ਕਹੀਆਂ ਨਾ, 4 ਕੁਰੈਤਾਂ, ਉਹਨਾਂ ਦੇ ਨਾਲ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਉਹਨਾਂ ਦੇ ਨਾਲ ਇਹ ਅੰਕਿਤ ਕੀਤਾ ਗਿਆ। ਜਿੱਥੇ 4 ਬੱਜਰ ਕੁਰੈਤਾਂ ਹਨ, ਉਹਨਾਂ ਵਿੱਚ ਇੱਕ ਕੁਰੈਤ ਆਉਂਦੀ ਪਰ ਤਨ ਗਾਮੀ ਹੋਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ। ਗੁਰੂ ਤੇਗ ਬਹਾਦਰ ਸਾਹਿਬ ਇਹਨਾਂ 2 ਕੁਕਰਮਾਂ ਨੂੰ ਇਕੱਠੇ ਲਿਖਦੇ ਨੇ। ਉਹ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਪਰ ਦਾਰਾ ਦੇ ਅਰਥ ਨੇ ਪਰ ਇਸਤਰੀ। ਪਰ ਦਾਰਾ, ਪਰ ਇਸਤਰੀ ਤੇ ਨਿੰਦਿਆ ਦਾ ਪਾਪ ਬਿਲਕੁਲ ਬਰਾਬਰ ਗਿਣ ਦਿੱਤਾ, ਇਕੱਠੇ ਲਿਖ ਦਿੱਤੇ ਦੋਵੇਂ ਇੱਕੋ ਲਾਈਨ ਵਿੱਚ। ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਤੂੰ ਅਕਾਲ ਪੁਰਖ ਦੀ ਬੰਦਗੀ ਨਹੀਂ ਕੀਤੀ। ਇਸ ਕਰਕੇ ਇਹ ਨਿੰਦਿਆ ਦੇ ਅਪਰਾਧ ਤੋਂ ਸੁਚੇਤ ਕਰਨ ਵਾਸਤੇ ਸਤਿਗੁਰੂ ਇਹਦੇ ਨਿਕਲਣ ਵਾਲੇ ਨਤੀਜੇ, ਰਿਜ਼ਲਟ ਇਸ ਸਾਰੀ ਅਸ਼ਟਪਦੀ ਵਿੱਚ ਗਿਣਦੇ ਨੇ। ਫਿਰ ਇਹ ਨਿੰਦਿਆ ਆਮ ਵਿਅਕਤੀ ਦੀ ਨਹੀਂ, ਇਹ ਜਿਹੜਾ ਸੰਪੂਰਨ ਮਨੁੱਖ ਹੋ ਚੁੱਕਾ ਹੈ, ਬਖਸ਼ਿਆ ਹੋਇਆ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਚੁੱਕਾ ਹੈ, ਉਹਦੀ ਨਿੰਦਿਆ ਦੀ ਗੱਲ ਸਤਿਗੁਰੂ ਕਰ ਰਹੇ ਨੇ। ਕਹਿੰਦੇ ਸੰਤ ਕੈ ਦੁਖਨ ਆਰਜਾ ਘਟੈ। ਜਿਹੜਾ ਮੁਕਤ ਮਨੁੱਖ ਹੈ, ਉਹਦੀ ਨਿੰਦਿਆ ਕਰਨ ਦੇ ਨਾਲ
ਮਨੁੱਖ ਦੀ ਉਮਰ ਘਟ ਜਾਂਦੀ ਹੈ। ਉਹਨੂੰ ਇਹ ਦੋਸ਼ ਲੱਗਦਾ ਹੈ, ਉਹਦੀ ਉਮਰ ਵਿੱਚ ਘਾਟਾ ਹੋ ਜਾਂਦਾ ਹੈ। ਸੰਤ ਕੈ ਦੂਖਨ ਜਮ ਤੇ ਨਹੀਂ ਛੁਟੈ, ਹੋਰ ਅਪਰਾਧ ਕਰੇ ਤੇ ਸ਼ਾਇਦ ਜਮ ਜਿਹੜੇ ਨੇ ਤਰਸ ਕਰ ਦੇਣ, ਪਰ ਜਿਹੜਾ ਸਾਧੂ ਦੀ ਨਿੰਦਿਆ ਕਰਦਾ ਗੁਰਮੁਖ ਦੀ, ਉਹ ਜਮਾਂ ਤੋਂ ਨਹੀਂ ਛੁੱਟਦਾ। ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਅੱਗੇ ਕਹਿੰਦੇ ਨੇ ਕਿ ਸੰਤ ਕੈ ਦੂਖਨ ਸੁਖ ਸਭ ਜਾਏ। ਜਿਹੜੇ ਸੁਖ ਕੋਲ ਹੋਣ, ਉਹ ਸਾਧੂਆਂ ਦੀ ਦੂਖਣ ਕਰਨ ਕਰਕੇ, ਉਹਨਾਂ ਨਾਲ ਦੋਖ ਕਰਨ ਕਰਕੇ, ਉਹਨਾਂ ਨਾਲ ਈਰਖਾ ਕਰਨ ਕਰਕੇ ਉਹ ਜਿਹੜੇ ਸੁਖ ਨੇ ਉਹ ਚਲੇ ਜਾਂਦੇ ਨੇ। ਹਜ਼ੂਰ ਕਹਿੰਦੇ ਸੰਤ ਕੈ ਦੂਖਨ ਨਰਕ ਮਹਿ ਪਾਏ। ਹੁਣ ਇੱਥੇ ਨਿੰਦਿਆ ਦੇ ਥਾਂ ਤੇ ਦੂਖਣ ਸ਼ਬਦ ਆ ਗਿਆ। ਦੂਖਣ ਦਾ ਅਰਥ ਹੈ ਕਿਸੇ ਵੱਲੋਂ ਵੇਖ ਕੇ ਦੁਖਣਾ, ਕਿਸੇ ਵੱਲੋਂ ਵੇਖ ਕੇ ਅੰਦਰੋਂ ਸੜੀ ਜਾਣਾ, ਈਰਖਾ ਕਰਨੀ, ਕਿਸੇ ਨੂੰ ਵੇਖ ਕੇ ਸੁਖਾਉਣਾ ਨਾ। ਔਰ ਮੈਂ ਇਹ ਜਿਹੜਾ ਦੂਖਣ ਸ਼ਬਦ ਹੈ ਨਾ, ਸਾਧ ਸੰਗਤ ਤੇ ਨਿੰਦਿਆ ਦਾ ਅੰਦਰਲਾ ਸਰੂਪ ਹੈ, ਖਿਆਲ ਰੱਖ। ਕਈ ਵਾਰੀ ਅਸੀਂ ਮੂੰਹ ਨੂੰ ਰੋਕ ਲੈਂਦੇ ਹਾਂ ਨਿੰਦਿਆ ਕਰਨ ਤੋਂ, ਕਿਉਂਕਿ ਅਸੀਂ ਪੜ੍ਹ ਲਿਆ ਹੁਣ ਵੀ ਨਿੰਦਿਆ ਦਾ ਪਾਪ। ਬੰਦਾ ਪਾਪ ਤੋਂ ਇਸ ਕਰਕੇ ਨਹੀਂ ਬਚਦਾ ਵੀ ਇਹ ਪਾਪ ਹੈ, ਉਹਨੂੰ ਡਰ ਆਉਂਦਾ ਇਹਨਾਂ ਚੀਜ਼ਾਂ ਤੋਂ, ਆ ਜਿਹੜੀਆਂ ਅੱਗੇ ਲਿਖੀਆਂ, ਕਿਤੇ ਇਹ ਨਾ ਮੇਰੇ ਦੁਆਲੇ ਹੋ ਜਾਣ ਸਾਰੀਆਂ। ਇਹ ਡਰ ਤਾਂ ਦਿੱਤੇ ਗਏ ਨੇ। ਗੁਰੂ ਸਾਹਿਬ ਇੱਕ ਪੰਕਤੀ ਵਿੱਚ ਵੀ ਕਹਿ ਸਕਦੇ ਸਨ ਨਿੰਦਿਆ ਨਾ ਕਰੋ, ਪਰ ਮੇਰੀ ਸਮਝ ਵਿੱਚ ਆਉਂਦਾ ਬੰਦਾ ਗੁਰੂ ਤੋਂ ਘੱਟ ਡਰਦਾ ਤੇ ਨਰਕ ਤੋਂ ਜ਼ਿਆਦਾ ਡਰਦਾ ਜੀ, ਖਿਆਲ ਰੱਖੋ। ਇਹ ਮੇਰੇ ਵੇਖਣ ਵਿੱਚ ਆਇਆ। ਮੈਂ ਸਾਂਝਾ ਆਪ ਜੀ ਨਾਲ ਥੋੜ੍ਹਾ ਜਿਹਾ ਕਰ ਦਿਆਂ। ਇੱਕ ਥਾਂ ਤੇ ਸਮਾਗਮ ਸੀ ਤੇ ਆਪਣੇ ਸਮਾਗਮਾਂ ਵਿੱਚ ਗੁਰੂ ਹੀ ਕਿਰਪਾ ਕਰੇ, ਕਿਤੇ ਕਿਤੇ ਤੇ ਬਹੁਤ ਵਧੀਆ ਹੁੰਦਾ। ਉਹ ਬਿਲਕੁਲ ਜਿੱਥੇ ਮੈਂ ਕਥਾ ਕਰਨ ਲੱਗਾ ਤੇ ਟੋਲੀਆਂ ਬਣਾ ਕੇ ਸੰਗਤ ਬੈਠੀ ਆਪਸ ਵਿੱਚ ਗੱਲਾਂ ਕਰੇ, ਬੱਚੇ ਇੱਧਰ ਉੱਧਰ ਦੌੜਦੇ ਫਿਰਨ ਤੇ ਸਾਧ ਸੰਗਤ ਧਿਆਨ ਦਿਓ ਆਪ ਜੀ ਇੱਧਰ। ਤਾਂ ਜਿਸ ਵੇਲੇ ਮੈਂ ਵੇਖਿਆ ਵੀ ਇੱਥੇ ਵਾਹ ਕੋਈ ਨਹੀਂ ਜਾਣੀ, ਇੱਥੇ ਨਾ ਕਿਸੇ ਨੇ ਸੁਣਨਾ, ਮੈਂ ਉਹਨਾਂ ਨੂੰ ਸ਼ੁਰੂ ਵਿੱਚ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਵੀ ਇੱਕ ਗੱਲ ਤੁਸੀਂ ਮੇਰੀ ਸੁਣ ਲਓ, ਬਾਕੀ ਰਹਿਣ ਦੇਣਾ। ਮੈਂ ਕਿਹਾ ਵੀ ਰਹਿਤਨਾਮੇ ਵਿੱਚ ਲਿਖਿਆ ਹੋਇਆ ਹੈ ਕਿ ਸਤ ਸੰਗ ਕਰਤੇ ਬਾਤ ਚਲਾਵੈ, ਗੋਬਿੰਦ ਸਿੰਘ ਵੋ ਨਰਕ ਧੱਕੇ ਖਾਵੈ। ਰਹਿਤਨਾਮੇ ਵਿੱਚ ਲਿਖਿਆ ਹੈ ਜਿਹੜਾ ਸਾਧ ਸੰਗਤ ਵਿੱਚ ਗੱਲਾਂ ਕਰਦਾ ਹੈ, ਜ਼ਰੂਰਤ ਪੈ ਜਾਏ ਤੇ ਹੋਰ ਗੱਲ ਹੈ, ਪ੍ਰਬੰਧ ਦਾ ਮਸਲਾ ਵੱਖਰਾ ਹੈ, ਉਹ ਵੀ ਤਰੀਕੇ ਨਾਲ ਹੁੰਦਾ। ਕਹਿੰਦੇ ਸੰਗਤ ਵਿੱਚ ਬਹਿ ਕੇ ਜਿਹੜਾ ਗੱਲਾਂ ਕਰੇ ਉਹ ਬੰਦਾ ਨਰਕ ਜਾਏਗਾ। ਆਪ ਜੀ ਨੇ ਮੰਨਣਾ ਵੀ ਸਾਧ ਸੰਗਤ ਉੱਥੇ ਇੱਕ ਵੀ ਆਦਮੀ ਜਿਹੜਾ ਮੂੰਹ ਤੋਂ ਗੱਲ ਨਾ ਕਰੇ, ਬਿਲਕੁਲ ਚੁੱਪ ਹੋ ਗਿਆ, ਸ਼ਾਂਤ ਹੋ ਗਿਆ। ਮੇਰੇ ਮਨ ਵਿੱਚ ਗੱਲ ਆਈ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਤੇ ਬੜਾ ਘੱਟ ਹੈ, ਪ੍ਰਕਾਸ਼ ਤੇ ਪਹਿਲਾਂ ਵੀ ਆਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਘੱਟ ਡਰਦੇ ਜੇ ਤੇ ਸਾਧ ਸੰਗਤ ਨਰਕ ਤੋਂ ਜ਼ਿਆਦਾ ਡਰਦੇ ਜੇ। ਔਰ ਗੱਲ ਉਦਣ ਬਣਨੀ ਜਿੱਦਣ ਗੁਰੂ ਤੋਂ ਡਰੇ, ਨਰਕ ਤੋਂ ਨਾ ਡਰੇ। ਇਹ ਤੇ ਮਜਬੂਰੀ ਹੈ ਗੁਰੂ ਦੀ ਵਿੱਚ, ਨਰਕ ਸਵਰਗ ਤੇ ਆ ਗੱਲਾਂ ਕਰਨੀਆਂ। ਭੈ ਗੁਰੂ ਦਾ ਰੱਖੀਏ, ਨਰਕ ਦਾ ਭੈ ਵੇਖਣਾ ਹੀ ਨਾ ਪਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਤੂੰ ਨਿੰਦਿਆ ਕਰੇਗਾ ਤੇ ਡਰਾ ਰਹੇ, ਡਰਾ ਵੀ ਨਹੀਂ ਰਹੇ, ਸੱਚਾਈ ਹੈ। ਮੈਂ ਵੀ ਸ਼ਬਦ ਨਹੀਂ ਵਰਤਾਂਗਾ। ਡਰਾਉਣ ਦਾ ਮਤਲਬ ਇਹ ਵੀ ਨਿਕਲ ਜਾਏਗਾ ਵੀ ਸ਼ਾਇਦ ਉਹਨੂੰ ਡਰਾਇਆ ਜਾ ਰਿਹਾ ਵੀ ਹੋਣਾ ਨਹੀਂ ਇਸ ਤਰ੍ਹਾਂ, ਨਹੀਂ। ਜੋ ਕੁਝ ਇੱਥੇ ਲਿਖਿਆ ਲੋਹੇ ਤੇ ਲਕੀਰ ਉਸੇ ਤਰ੍ਹਾਂ ਹੋਣ ਵਾਲਾ ਹੈ। ਹਜ਼ੂਰ ਕਹਿੰਦੇ ਨੇ ਸੰਤ ਕੈ ਦੂਖਣ ਨਰਕ ਮੈਂ ਪਾਏ। ਜਿਹੜਾ ਅੰਦਰੋਂ ਮੈਂ ਬੇਨਤੀ ਕੀਤੀ ਸੀ, ਨਿੰਦਿਆ ਹੋਰ ਚੀਜ਼ ਹੈ, ਮੂੰਹ ਤੋਂ ਕਿਸੇ ਦੀ ਨਿੰਦਿਆ ਕਰ ਦੇਣੀ, ਉਹ ਬਾਹਰ ਪ੍ਰਗਟ ਹੈ। ਪਰ ਕਈ ਵਾਰੀ ਅਸੀਂ ਨਿੰਦਿਆ ਨਹੀਂ ਕਰਦੇ, ਅੰਦਰੋਂ ਅੰਦਰੀ ਵਿੱਚ ਉਹਦੇ ਨਾਲ ਈਰਖਾ ਕਰੀ ਜਾਂਦੇ ਹਾਂ। ਨਿੰਦਿਆ ਦਾ ਛੁਪਿਆ ਰੂਪ ਹੈ ਈਰਖਾ ਕਰਨੀ, ਦਵੈਸ਼ ਕਰਨਾ। ਇਹ ਉਹਦੇ ਬਾਰੇ ਕਹਿ ਰਹੇ ਨੇ ਜਿਹੜਾ ਦੋਖ ਕਰਦਾ ਹੈ ਉਹ ਕਹਿੰਦੇ ਨਰਕ ਵਿੱਚ ਪੈਂਦਾ ਹੈ। ਫਿਰ ਕਹਿੰਦੇ ਸੰਤ ਕੈ ਦੂਖਨ ਮਤ ਹੋਏ ਮਲੀਨ। ਜਿਹੜਾ ਗੁਰਮੁਖਾਂ ਦੀ ਨਾਲ ਅੰਦਰੋਂ ਈਰਖਾ ਕਰੇ ਨਾ, ਉਹਨੂੰ ਕੀ ਮਿਲਦਾ? ਉਹਦੀ ਮਤ ਮਲੀਨ ਹੋ ਜਾਂਦੀ, ਵਿਕਾਰ ਭਰੇ ਜਾਂਦੇ ਉਹਦੇ ਜੀਵਨ ਵਿੱਚ। ਇੱਥੇ ਖਿਆਲ ਰੱਖਣਾ, ਇਹਦੇ ਵਿੱਚੋਂ ਬਹੁਤ ਸਿੱਖਣ ਵਾਲੀਆਂ ਚੀਜ਼ਾਂ ਜੇ। ਜਦੋਂ ਆਪਾਂ ਗੁਰਦੁਆਰੇ ਆਉਂਦੇ ਹਾਂ ਨਾ, ਜਾਂ ਜਿੰਨੇ ਵੀ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਬਾਣੀ ਪੜ੍ਹਦੇ ਨੇ, ਕਈ ਵਾਰੀ ਉਹਨਾਂ ਨਾਲ ਸਾਡਾ ਥੋੜ੍ਹਾ ਬਾਲਾ ਮਨ ਮੁਟਾਵ ਹੋ ਜਾਂਦਾ ਤੇ ਅਸੀਂ ਉਹਨਾਂ ਨਾਲ ਈਰਖਾ ਕਰਨ ਲੱਗ ਪੈਂਦੇ।
ਸਾਧ ਸੰਗਤ ਜੀ, ਉਸ ਈਰਖਾ ਦਾ ਮੁੱਲ ਤਾਰਨਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਗੁਰੂ ਸਾਹਿਬ ਇੱਥੇ ਉਹ ਸਾਧੂ ਨੇ ਨਾ ਸਾਰੇ। ਮੈਂ ਸਮਝਦਾ ਜਿਹੜਾ ਬੰਦਾ 4 ਬਜਰ ਕੁਰੈਤਾਂ ਤੋਂ ਬਚਿਆ, ਜੇ 5 ਕਾਰ ਪਾਉਂਦਾ ਤੇ ਸਵੇਰੇ ਉੱਠ ਕੇ 10 ਮਿੰਟ ਵਾਹਿਗੁਰੂ ਵਾਹਿਗੁਰੂ ਕਹਿੰਦਾ, ਉਹ ਸਾਧੂ ਹੀ, ਹੋਰ ਕੀ ਹੈ ਉਹ। ਇਸ ਸਮੇਂ ਦੇ ਵਿੱਚ ਸਿੱਧੇ ਰਾਹ ਤੇ ਤੁਰਦਾ ਉਹ ਹੀ ਸਾਧੂ। ਤੇ ਜਦੋਂ ਅਸੀਂ ਉਹਨਾਂ ਗੁਰਮੁਖਾਂ ਦੇ ਨਾਲ ਜਿਹੜੇ ਨਾਮ ਨਾਲ ਜੁੜੇ ਹੋਏ ਨੇ, ਛੋਟੀਆਂ ਛੋਟੀਆਂ ਗੱਲਾਂ ਤੋਂ ਅੰਦਰ ਈਰਖਾ ਰੱਖਣ ਲੱਗ ਪੈਂਦੇ ਹਾਂ, ਤੇ ਆਹ ਸਾਰੀਆਂ ਚੀਜ਼ਾਂ ਸਾਡੇ ਉੱਤੇ ਵਰਤਣੀਆਂ ਸ਼ੁਰੂ ਹੋ ਜਾਂਦੀਆਂ, ਸਾਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਇੱਕ ਸਥਿਤੀ ਹੈ ਜੀਵਨ ਦੀ, ਮੈਂ 2 ਮਿੰਟ ਵਿੱਚ ਕਹਾਂਗਾ, ਉਹਨੂੰ ਕਹਿੰਦੇ ਨੋ ਜੱਜਮੈਂਟ। ਕਿਸੇ ਵੀ ਚੀਜ਼ ਬਾਰੇ ਅੰਦਰੋਂ ਫੈਸਲਾ ਨਾ ਲੈਣਾ, ਉਹ ਬਚ ਸਕਦਾ ਨਿੰਦਿਆ ਤੋਂ। ਸਾਹਮਣੇ ਤੇ ਬੜਾ ਕੁਝ ਆਏਗਾ ਨਾ, ਕੋਈ ਮਾੜਾ ਕੋਈ ਚੰਗਾ ਆਵੇਗਾ, ਕਿਸੇ ਚੀਜ਼ ਬਾਰੇ ਅੰਦਰੋਂ ਫੈਸਲਾ ਨਹੀਂ ਲੈਣਾ, ਵੇਖੀ ਜਾਣਾ ਬਸ। ਚੰਗੇ ਨੂੰ ਵੀ ਵੇਖ ਲੈਣਾ, ਮਾੜੇ ਨੂੰ ਵੀ ਵੇਖ ਲੈਣਾ। ਫੈਸਲਾ ਅਸੀਂ ਕਿਉਂ ਲੈਣਾ? ਫੈਸਲਾ ਲੈਣ ਵਾਲਾ ਆਪੇ ਲਏਗਾ, ਉਹਨੇ ਕਰਨਾ ਹਿਸਾਬ। ਪਰ ਅਸੀਂ ਫੈਸਲੇ ਲੈਂਦੇ ਫਿਰਨੇ ਆ ਲੋਕਾਂ ਦੇ। ਸਾਧ ਸੰਗਤ ਜੀ, ਆ ਵੀ ਜਿਹੜਾ ਬੋਲਣਾ ਪੈਂਦਾ ਗੁਰੂ ਦੇ ਅੱਗੇ ਅਰਦਾਸ ਕਰਕੇ ਵੀ ਇਹ ਮਾੜਾ ਹੈ ਤੇ ਚੰਗਾ ਹੈ। ਬੰਦੇ ਕੋਲ ਅਧਿਕਾਰ ਨਹੀਂ ਮਾੜੇ ਚੰਗੇ ਦਾ ਲੇਖਾ ਕਰਨ ਦਾ। ਲੇਖਾ ਕਰਨ ਦਾ ਅਧਿਕਾਰ ਸਿਰਫ ਰੱਬ ਕੋਲ, ਗੁਰੂ ਕੋਲ ਹੈ। ਇਹ ਸਿਰਫ ਇੱਕ ਇਉਂ ਕਹਿ ਲਓ ਵੀ ਬੜੀ ਖਤਰਨਾਕ ਖੇਡ ਹੈ, ਚੰਗਿਆਈ ਬੁਰਿਆਈ ਦੀ ਵਿਆਖਿਆ ਕਰਨ। ਪਰ ਇਹਦੇ ਵਿੱਚ ਗੁਰੂ ਕਿਰਪਾ ਕਰੇ, ਸ਼ੁਰੂ ਕਰੀਦਾ ਗੁਰੂ ਨੂੰ ਕਹਿ ਲਈਦਾ, ਬਾਅਦ ਵਿੱਚ ਜੋ ਕੁਝ ਲੇਖਾ ਜੋਖਾ ਗੁਰੂ ਗ੍ਰੰਥ ਸਾਹਿਬ ਦੀ ਝੋਲੀ ਵਿੱਚ ਆਪੇ ਸਾਂਭ ਲੈਂਦੇ। ਤਾਂ ਇੱਥੇ ਹੈ ਕਿ ਜੇ ਅਸੀਂ ਜਿਸ ਚੀਜ਼ ਨੂੰ ਵੇਖਦੇ ਹਾਂ, ਨਿੰਦਿਆ ਤੋਂ ਸਿਰਫ ਉਹ ਹੀ ਬਚੇਗਾ ਜੋ ਕਰਮ ਕਰਤ ਹੋਵੇ ਨਿਹ ਕਰਮ। ਉਹ ਬਚ ਸਕੇਗਾ ਜਿਹੜਾ ਜੱਜਮੈਂਟ ਨਹੀਂ ਕਰਦਾ, ਕਿਸੇ ਸਥਿਤੀ ਦੇ ਵਿੱਚ ਆਉਂਦਾ ਹੀ ਨਹੀਂ, ਆਪਣੇ ਮਨ ਨੂੰ ਲਿਆਉਂਦਾ ਹੀ ਨਹੀਂ, ਬਾਈਪਾਸ ਕਰ ਦਿੰਦਾ ਹਰ ਇੱਕ ਘਟਨਾ ਨੂੰ, ਆਪ ਫਿਰ ਖਾਲੀ ਹੋ ਜਾਂਦਾ, ਛੁੱਟ ਜਾਂਦਾ। ਔਰ ਇਸ ਚੀਜ਼ ਨੂੰ ਤੁਸੀਂ ਵੇਖਣਾ ਹੋਵੇ, ਜਪਜੀ ਸਾਹਿਬ ਦੀਆਂ ਪੌੜੀਆਂ ਦੇ ਵਿੱਚ ਇੱਕ ਪਹਿਲੀ ਪੌੜੀ ਇੱਕ ਵਿਚਕਾਰ ਜਾ ਕੇ ਪੜ੍ਹਨੀ, ਸ਼ਾਇਦ ਅੱਧ ਵਿੱਚ ਆਉਂਦੀ ਜਪਜੀ ਸਾਹਿਬ ਦੇ। ਉਹਦੇ ਵਿੱਚ ਗੁਰੂ ਸਾਹਿਬ ਕਈ ਲੋਕਾਂ ਦਾ ਨਾਮ ਲੈਂਦੇ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗਲਵੜ ਹੱਤਿਆ ਕਮਾਏ, ਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪਖ ਖਾਹੇ, ਸੰਖ ਨਿੰਦਕ ਸਿਰ ਘਰੈ ਭਾਰ, ਨਾਨਕ ਨੀਚ ਕਰਹਿ ਵਿਚਾਰ। ਇਹ ਸਾਰੇ ਮਾੜੇ ਲੋਕ ਗਿਣੇ ਗੁਰੂ ਨਾਨਕ ਦੇਵ ਜੀ ਨੇ, ਇਹਨਾਂ ਦੀ ਵਿਚਾਰ ਵੀ ਕੀਤੀ, ਪਰ ਕਰ ਕਰਾ ਕੇ ਨਾ ਬਾਅਦ ਵਿੱਚ ਕਹਿ ਦਿੱਤਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਜਿਵੇਂ ਦੇ ਹੈ ਨੇ ਠੀਕ ਬਣਾਏ ਨੇ ਤੂੰ, ਮੈਂ ਇਹਨਾਂ ਵਿੱਚ ਆਉਣਾ ਨਹੀਂ। ਜੋ ਵੀ ਹੈ, ਭਾਵੇਂ ਮੂਰਖ ਨੇ, ਨਿੰਦਕ ਨੇ, ਮਲੇਸ਼ ਨੇ, ਹਥਿਆਰੇ ਨੇ, ਜੋ ਮਰਜ਼ੀ ਨੇ, ਮੈਂ ਸਿਰਫ ਇਹਨਾਂ ਦੀ ਵਿਚਾਰ ਕੀਤੀ ਹੈ, ਮੇਰਾ ਇਹਨਾਂ ਨਾਲ ਲੈਣਾ ਦੇਣਾ ਕੋਈ ਨਹੀਂ। ਮੈਂ ਇਉਂ ਕਹਿ ਲਓ ਕਿ ਜਿਵੇਂ ਇੱਕ ਜ਼ਿਮੀਂਦਾਰ ਆਪਣੀਆਂ ਮੱਝਾਂ ਨਵਾਉਂਦਾ ਹੈ, ਤੇ ਜਦੋਂ ਮੱਝਾਂ ਨਵਾਉਂਦਾ ਨਾ, ਉਹਦੇ ਹੱਥ ਗਾਰੇ ਨਾਲ ਭਰੇ ਜਾਂਦੇ ਨੇ, ਪਰ ਉਹਨਾਂ ਨੂੰ ਨਵਾਉਣ ਤੋਂ ਬਾਅਦ ਉਹ ਕੀ ਕਰਦਾ ਹੈ? ਆਪ ਨਹਾ ਲੈਂਦਾ ਤੇ ਬਾਹਰ ਨਿਕਲ ਕੇ ਕੱਪੜੇ ਪਾ ਲੈਂਦਾ ਹੈ। ਮਾੜੇ ਲੋਕਾਂ ਦੀ ਵਿਚਾਰ ਸਿੱਖ ਜਦੋਂ ਕਰੇ, ਉਹਦੇ ਵਿੱਚ ਚਿੱਕੜ ਤੇ ਜ਼ਰੂਰ ਪਏਗਾ, ਪਰ ਉਹ ਚਿੱਕੜ ਪੈਣ ਤੋਂ ਬਾਅਦ ਇਹ ਪੰਕਤੀ ਪੜ੍ਹ ਲੈਂਦਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਉਹਨੇ ਇਸ਼ਨਾਨ ਕਰ ਲਿਆ, ਜੋ ਗਾਰਾ ਮਿੱਟੀ ਸੀ ਵਿੱਚ ਹੀ ਰਹਿ ਗਿਆ। ਇਹ ਤਰੀਕਾ ਦੱਸਿਆ ਗੁਰੂ ਸਾਹਿਬ ਨੇ। ਇਸ ਕਰਕੇ ਕਹਿੰਦੇ ਅੰਦਰੋਂ ਦੋਖ ਨਹੀਂ ਤੂੰ ਕਰਨਾ, ਈਰਖਾ ਨਹੀਂ ਕਰਨੀ। ਸੰਤ ਕੈ ਦੂਖਣ ਮਤ ਹੋਏ ਮਲੀਨ। ਨਹੀਂ ਤਾਂ ਤੇਰੀ ਮਤ, ਜਿਹਦੀ ਤੂੰ ਈਰਖਾ ਕਰੇਂਗਾ, ਜਿਹਦੀ ਤੂੰ ਨਿੰਦਿਆ ਕਰੇਂਗਾ, ਇੱਕ ਬਰੀਕ ਧਾਗਾ ਉਹਨਾਂ ਦੇ ਵਿਕਾਰਾਂ ਨੂੰ ਤੇਰੇ ਵਿੱਚ ਘੱਲਣਾ ਸ਼ੁਰੂ ਕਰ ਦੇਗਾ। ਉਹਨਾਂ ਦੇ ਅਵਗੁਣ ਤੇਰੇ ਵੱਲ ਦੌੜਨ ਲੱਗ ਪੈਣਗੇ ਤਰੰਗਾਂ ਦੇ ਰੂਪ ਵਿੱਚ। ਇਸ ਕਰਕੇ ਤੂੰ ਇਸ ਚੀਜ਼ ਦਾ ਧਿਆਨ ਰੱਖਣਾ। ਸਾਹਿਬ ਕਹਿੰਦੇ, ਸੰਤ ਕੈ ਦੂਖਣ ਸ਼ੋਭਾ ਤੇ ਹੀਨ। ਜਿਹੜੀ ਸ਼ੋਭਾ ਵਡਿਆਈ ਹੋਣੀ ਸੀ, ਉਹ ਗੁਰਮੁਖਾਂ ਦੀ ਨਿੰਦਿਆ ਕਰ ਕਰਕੇ, ਉਹਨਾਂ ਨਾਲ ਈਰਖਾ ਕਰ ਕਰਕੇ ਸ਼ੋਭਾ ਵੀ ਗਵਾ ਲਈ ਆਪਣੀ, ਖਤਮ ਹੋ ਗਈ। ਸੰਤ ਕੇ ਹਤੇ ਕੋ ਰਖੇ ਨਾ ਕੋਏ। ਹਤੇ ਦਾ ਅਰਥ ਹੈ ਮਾਰਿਆ ਹੋਇਆ। ਹਤੇ ਸ਼ਬਦ ਹੱਤਿਆ ਤੋਂ ਬਣਿਆ। ਜਿੱਥੇ ਸਾਧ ਸੰਗਤ ਜੀ ਗੁਰਮੁਖਾਂ ਨੇ ਲਾ ਦਿੱਤੀ ਨਾ ਮੋਹਰ, ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਇਹਦੀ ਬਾਂਹ ਫੜ ਲਈ ਪਰਤ ਕੇ। ਇਹ ਗੱਲ ਚੇਤੇ ਵਿੱਚ ਰੱਖਣਾ। ਇਹ ਸਿਰਫ ਉਹਦੇ ਕੋਲ ਹੀ ਅਧਿਕਾਰ ਹੈ, ਪਰਤ ਕੇ ਭਾਵੇਂ 1-2 ਜਨਮ ਲੱਗਣ, ਗੱਲ ਵੱਖਰੀ। ਇਹ
सौदा बहुत महंगा है ਜਿਹੜਾ ਵਾਪਰਦਾ ਹੈ, ਔਰ ਇਹ ਇੰਨੀਆਂ ਚੀਜ਼ਾਂ ਵਾਪਰਦੀਆਂ ਨੇ ਜਿਨ੍ਹਾਂ ਨੂੰ ਸਟੇਜ ਤੇ ਨਹੀਂ ਕਿਹਾ ਜਾ ਸਕਦਾ, ਇੰਨੀਆਂ ਵਾਪਰ ਜਾਂਦੀ ਜਿਹੜੀਆਂ ਮੰਨਣ ਵਿੱਚ ਵੀ ਨਹੀਂ ਆਉਣਗੀ। ਇਸ ਨਿੰਦਿਆ ਦੇ ਫਲ ਕਿੰਨੇ ਕਿੰਨੇ ਭਿਅੰਕਰ ਮਿਲ ਸਕਦੇ ਨੇ। ਤਾਂ ਇੱਥੇ ਕਹਿੰਦੇ ਕਿ ਜਿਹੜਾ ਗੁਰਮੁਖ ਦੇ ਨਿੰਦਿਆ ਕਰਦਾ ਹੈ ਤੇ ਜੇ ਕਿਤੇ ਉਹਦੇ ਮੂੰਹੋਂ ਕੋਈ ਨਾ ਕੋਈ ਸ਼ਬਦ ਨਿਕਲ ਗਿਆ, ਉਹਨੂੰ ਪਰਤ ਕੇ ਉਸ ਬੰਦੇ ਦੀ ਬਾਂਹ ਕੋਈ ਨਹੀਂ ਫੜਦਾ, ਉਹਨੂੰ ਰੱਖਦਾ ਕੋਈ ਨਹੀਂ। ਗੁਰੂ ਨੇ ਵੀ ਨਹੀਂ ਰੱਖਣਾ, ਉਹਨੇ ਵੀ ਜਵਾਬ ਦੇਣਾ ਹੈ। ਉਹਨੇ ਵੀ ਕਹਿਣਾ ਉਹਨੂੰ ਲੈ ਕੇ ਅੱਜ ਦੇ ਨਾਲ ਤੇਰੀ ਗੱਲ ਹੋਈ ਸੀ, ਫਿਰ ਦੇਖਾਂਗੇ। ਭਾਈ ਬੁੱਧੂ ਦੀ ਗੱਲ ਹੋਈ ਨਾ ਭਾਈ ਕਮਲੀਏ ਨਾਲ, ਕਮਲੀਏ ਹੀ ਛਡਾ ਸਕਦਾ ਸੀ, ਹੋਰ ਨਹੀਂ ਉੱਥੇ ਕੋਈ ਖਿਆਲ ਰੱਖਣਾ। ਹਾਂ, ਕੋਈ ਭੇਖਤਾਰੀ ਇਹਦਾ ਲਾਭ ਲੈ ਕੇ ਲੋਕਾਂ ਨੂੰ ਡਰਾਵੇ ਨਾ, ਖਿਆਲ ਰੱਖਣਾ। ਇਹ ਕਿਸੇ ਭੇਖਤਾਰੀ ਦੀ ਵਿਆਖਿਆ ਨਹੀਂ ਹੈ, ਇਹ ਅਸਲੀ ਜਗਦੇ ਹੋਏ ਕੋਲੇ ਦੀ ਗੱਲ ਹੈ, ਬੁੱਝੇ ਹੋਏ ਕੋਲਿਆਂ ਦੀ ਕਹਾਣੀ ਨਹੀਂ ਹੈ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਇੱਥੇ ਕਹਿੰਦੇ ਨੇ ਸੰਤ ਕੇ ਹੱਤੇ ਕੋ ਰੱਖੈ ਨਾ ਕੋਈ, ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ। ਜਿਹੜੇ ਫਿਰ ਗੁਰਮੁਖਾਂ ਦੀ ਨਿੰਦਿਆ ਕਰਨ ਲੱਗ ਪੈਂਦੇ ਨਾ, ਉਹ ਵਹਿ ਜਾਂਦੇ ਨੇ। ਵੇਖੋ ਸੁਣਨਗੇ ਉਹ ਇਹ ਵੀ ਸਾਰਾ ਕੁਝ, ਪਰ ਉਹ ਇੰਨੇ ਭ੍ਰਸ਼ਟ ਹੋ ਜਾਂਦੇ ਨੇ, ਉਹਨਾਂ ਨੂੰ ਬ੍ਰੇਕ ਨਹੀਂ ਲੱਗੇਗੀ ਨਿੰਦਿਆ ਤੋਂ, ਕਿਉਂਕਿ ਉਹ ਦੋਖ ਇੰਨਾ ਵੱਧਦਾ ਜਾਏਗਾ। ਉਹਨਾਂ ਦਾ ਥਾਂ ਭ੍ਰਸ਼ਟ ਹੋ ਜਾਂਦਾ, ਉਹਨਾਂ ਜੀਵਨ ਜਿਹੜਾ ਭ੍ਰਸ਼ਟ ਹੋ ਜਾਂਦਾ ਹੈ। ਹੁਣ ਫਿਰ ਜਦੋਂ ਇੰਨੇ ਕਰੜੇ ਸ਼ਬਦ ਕਹੇ ਨਾ ਗੁਰੂ ਅਰਜਨ ਦੇਵ ਜੀ ਨੇ, ਕਿਸੇ ਸਿੱਖ ਨੇ ਕੋਲੋਂ ਕੰਬਦੇ ਹੋਏ ਹੱਥ ਜੋੜ ਕੇ ਬੇਨਤੀ ਕੀਤੀ ਹੈ, ਮਹਾਰਾਜ ਇਹ ਜਿਹੜੇ ਸੰਤ ਦੇ ਦੁੱਖ ਨੇ ਤੇ ਮਾਰੇ ਗਏ ਸਾਰੇ, ਤੇ ਤੁਸੀਂ ਤੇ ਦਿਆਲੂ ਹੋ, ਤੁਸੀਂ ਤੇ ਕਿਰਪਾ ਕਰਨ ਵਾਲੇ ਹੋ, ਇਹਨਾਂ ਤੇ ਵੀ ਰਹਿਮਤ ਕਰ ਦਿਓ, ਤੁਸੀਂ ਸਾਰੇ ਸੰਸਾਰ ਦਾ ਉਧਾਰ ਕਰਨ ਵਾਲੇ ਹੋ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਬਚਨ ਕਹਿਣ ਲੱਗੇ ਇਹਨਾਂ ਦਾ ਹੋਰ ਕੋਈ ਇਲਾਜ ਨਹੀਂ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਤਰੈ। ਜੇ ਉਹ ਆਪ ਹੀ ਦਿਆਲ ਹੋ ਜਾਏ, ਪਰ ਇਹਦੇ ਵਾਸਤੇ ਫਿਰ ਥੋੜ੍ਹਾ ਜਿਹਾ ਨਾ ਮੌਕਾ ਬਹੁਤ ਦੇਰ ਲੱਗਦੀ, ਟਾਈਮ ਲੱਗ ਜਾਂਦਾ ਥੋੜ੍ਹਾ ਜਿਹਾ, ਕਿਉਂਕਿ ਕਾਹਲ ਨਹੀਂ ਹੁੰਦੀ ਉਹਨਾਂ ਨੂੰ, ਕਾਫੀ ਸਮਾਂ ਲੱਗਦਾ ਹੈ। ਪਰਤ ਕੇ ਉਹ ਸਮਾਂ ਆਉਂਦਾ ਹੈ, ਉਹ ਵੀ ਉਦੋਂ ਹੀ ਬਖਸ਼ ਸਕਣਗੇ, ਉਹ ਵੀ ਉਦੋਂ ਹੀ ਬਖਸ਼ ਸਕਣਗੇ, ਉਦੋਂ ਹੀ ਹੋਵੇਗਾ। ਜਿਵੇਂ ਭਾਈ ਬਿਧੀ ਚੰਦ ਜੀ ਨੇ ਕਿਹਾ ਸੀ ਨਾ, ਜਦੋਂ ਉਹਨਾਂ ਨੇ ਪਹਿਲਾ ਘੋੜਾ ਕੱਢ ਲਿਆ ਨਾ, ਤੇ ਦੂਜੀ ਵਾਰੀ ਜੋਤਸ਼ੀ ਬਣ ਕੇ ਅੱਪੜ ਗਿਆ ਵੀ ਮੈਂ ਲੱਭ ਦਿਆਂਗਾ। ਉਹ ਕਹਿੰਦੇ ਦੱਸ ਕੌਣ ਲੈ ਕੇ ਗਿਆ ਸੀ? ਤੇ ਭਾਈ ਬਿਧੀ ਚੰਦ ਕਹਿੰਦੇ ਵੀ ਪਹਿਲਾ ਘੋੜਾ ਜਦੋਂ ਕੱਢਿਆ ਸੀ ਨਾ, ਉਵੇਂ ਦੀ ਸਥਿਤੀ ਤੇ ਉਹ ਟਾਈਮ ਆਵੇਗਾ ਫਿਰ ਦੱਸਾਂਗਾ। ਉਹੀ ਰਾਤ ਦਾ ਟਾਈਮ, ਉਸੇ ਤਰ੍ਹਾਂ ਤਾਲੇ ਵੱਜੇ ਹੋਣਗੇ, ਸਾਰਾ ਕੁਝ। ਇਹ ਜਿਹੜੇ ਲੋਕ ਬਖਸ਼ਦੇ ਨੇ, ਇਹਨਾਂ ਦਾ ਫਿਰ ਇੱਕ ਸਮਾਂ ਹੁੰਦਾ ਹੈ, ਉਹਦੇ ਤੋਂ ਅੱਗੇ ਪਿੱਛੇ ਫਿਰ ਕੰਮ ਨਹੀਂ ਹੁੰਦਾ। ਉਸ ਵਕਤ ਉਹ ਫਿਰ ਉਹਨੂੰ ਕੱਢਣਗੇ। ਤਾਂ ਇਸ ਤਰ੍ਹਾਂ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹ ਬਖਸ਼ ਸਕਦੇ ਨੇ। ਨਾਨਕ ਸੰਤ ਸੰਗ ਨਿੰਦਕ ਵੀ ਤਰੈ, ਨਿੰਦਕ ਵੀ ਤਰ ਜਾਂਦੇ ਨੇ। ਹਜ਼ੂਰ ਕਹਿੰਦੇ ਸੰਤ ਕੇ ਦੁਖਨ ਤੇ ਮੁਖ ਭਵੈ। ਜਿਹੜੇ ਲੋਕ ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦੇ ਨੇ, ਉਹਨਾਂ ਨਾਲ ਈਰਖਾ ਕਰਦੇ ਨੇ, ਉਹਨਾਂ ਦਾ ਮੂੰਹ ਭਵ ਜਾਂਦਾ, ਭਾਵ ਭ੍ਰਸ਼ਟ ਹੋ ਜਾਂਦੇ ਨੇ। ਭਾਵ ਉਹ ਆਪਣੀ ਗੱਲ ਤੇ ਨਹੀਂ ਰਹਿੰਦੇ, ਨਿਗੱਲੇ ਹੋ ਜਾਂਦੇ ਨੇ, ਦਿਨ ਰਾਤ ਬਦਲਦੇ ਰਹਿੰਦੇ ਨੇ। ਸੰਤਨ ਕੈ ਦੁਖਨ ਕਾਗ ਜਿਉ ਲਵੈ। ਜਿਹੜੇ ਗੁਰਮੁਖਾਂ ਸਾਧੂਆਂ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਈਰਖਾ ਕਰਦੇ ਨੇ, ਦੁਖਨ ਸ਼ਬਦ ਵਾਰ-ਵਾਰ ਈਰਖਾ ਦਾ ਲਿਖਾਇਆ, ਉਹਨਾਂ ਨਾਲ ਈਰਖਾ ਕਰਦੇ ਨੇ, ਉਹ ਕਾਂ ਵਾਂਗੂ ਲੱਭਦੇ ਰਹਿੰਦੇ, ਭਾਵ ਟਿਕਦੇ ਨਹੀਂ। ਇਸ ਤਰ੍ਹਾਂ ਸਾਹਿਬ ਕਹਿੰਦੇ ਸੰਤਨ ਕੈ ਦੁਖਨ ਸਰਪ ਜੂਣ ਪਾਏ। ਉਹ ਮਨੁੱਖਾ ਸਰੀਰ ਦੇ ਵਿੱਚ ਰਹਿੰਦਿਆਂ ਹੀ ਸਰਪ ਵਾਲੀ ਜੂਨੀ ਵਾਲੀ ਹਾਲਾਤ ਉਹਨਾਂ ਦੀ ਹੋ ਜਾਂਦੀ। ਉਸ ਤਰ੍ਹਾਂ ਜ਼ਹਿਰ ਨਾਲ ਭਰੇ ਹੋਏ, ਕ੍ਰੋਧ ਨਾਲ ਭਰੇ ਹੋਏ, ਬਸ ਥੋੜ੍ਹਾ ਜਿਹਾ ਨੇੜੇ ਲੰਘੋ ਤੇ ਡੰਗ ਮਾਰਿਆ ਨਹੀਂ, ਇਸ ਤਰ੍ਹਾਂ ਦੀ ਹਾਲਤ ਉਹਨਾਂ ਦੀ ਹੋ ਜਾਂਦੀ। ਸੰਤ ਕੈ ਦੁਖਨ ਤ੍ਰਿਗਤ ਜੂਣ ਪਾਏ। ਇੱਕ ਖਿਆਲ ਰੱਖਣਾ, ਜਦੋਂ ਇਹ ਆਪਾਂ ਅਸ਼ਟਪਦੀ ਪੜ੍ਹਾਂਗੇ ਨਾ, ਸਾਨੂੰ ਇੰਜ ਲੱਗਦਾ ਹੈ ਵੀ ਇਹ ਮੈਂ ਤੇ ਸੰਤ ਹਾਂ ਤੇ ਦੂਜੇ ਇਸ ਤਰ੍ਹਾਂ ਹੋ ਜਾਣਗੇ ਮੇਰੀ ਨਿੰਦਿਆ ਕਰਕੇ। ਇਹ ਧਿਆਨ ਵਿੱਚ ਰੱਖਣਾ, ਇੱਥੇ ਆਪਾਂ ਫਿਰ ਫਸ ਜਾਣਾ। ਬੰਦੇ ਦਾ ਮਨ ਹੈ, ਉਹ ਕਹਿੰਦਾ ਵੀ ਮੇਰਾ ਆਹ ਜਿਹੜੀ ਚੀਜ਼ ਹੈ ਨਾ, ਮੇਰੀ ਸਪੋਰਟ ਵਿੱਚ ਕਹੀ ਜਾ ਰਹੀ ਵੀ ਤੂੰ ਸੰਤ ਹੈ, ਤੇ ਦੂਜਿਆਂ ਨੂੰ ਆਦਮੀ ਡਰਾਏਗਾ, ਕਹੇਗਾ ਵੇਖੋ ਇਹਦੇ ਨਾਲ ਹੋਇਆ ਕਿ ਨਹੀਂ। ਉਹਨੂੰ ਭਾਵੇਂ ਵੈਸੇ ਹੀ ਬੁਖਾਰ ਚੜ੍ਹਿਆ ਹੋਵੇ,
ਤੇ ਜੇ ਪੜ੍ਹੇਗਾ ਇਹ ਅਸ਼ਟਪਦੀ ਕਹੇਗਾ, ਵੇਖ ਲਿਆ ਨਾ ਕੱਲ ਇਹਨੇ ਮੈਨੂੰ ਇਹ ਕਿਹਾ ਸੀ, ਹੁਣ ਬੁਖਾਰ ਹੋ ਗਿਆ 105 104। ਇੱਥੇ ਵੀ ਅਸੀਂ ਅੜ ਸਕਦੇ। ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਸਾਨੂੰ ਵਾਰ-ਵਾਰ ਰੋਕ ਲੈਂਦੀਆਂ ਨੇ। ਇੱਥੇ ਇਹ ਖਿਆਲ ਰੱਖਣਾ ਵੀ ਸੰਤ ਇੱਕ ਉੱਚੀ ਸ਼ਖਸੀਅਤ, ਗੁਰਮੁਖ, ਉਸ ਅਵਸਥਾ ਵਿੱਚ ਟਿਕੇ ਹੋਏ ਗੁਰਮੁਖ ਦਾ ਨਾਮ ਹੈ। ਆਪਾਂ ਅਜੇ ਉਸ ਤੋਂ ਬਹੁਤ ਦੂਰ ਖੜੇ ਹਾਂ, ਉੱਥੋਂ ਤੱਕ ਪਹੁੰਚੇ ਨਹੀਂ। ਫਿਰ ਕੋਈ ਲਾਭ ਇਹਦੇ ਵਿੱਚੋਂ ਆਪਾਂ ਲੈ ਸਕਦੇ ਹਾਂ। ਇਸ ਤਰ੍ਹਾਂ ਕਹਿੰਦੇ ਨੇ। ਫਿਰ ਸਾਧੂ ਦੀ ਇੱਕ ਨਿਸ਼ਾਨੀ ਹੋਰ ਹੋਵੇਗੀ, ਭਾਵੇਂ ਉਹਦੀ ਕੋਈ ਨਿੰਦਿਆ ਕਰੇ ਉਹਦਾ ਜਵਾਬ ਨਹੀਂ ਦੇਗਾ, ਔਰ ਜੇ ਉਹਨੂੰ ਕੋਈ ਆ ਕੇ ਕਹੇਗਾ ਨਾ ਵੀ ਤੁਹਾਡੀ ਕਿਸੇ ਨੇ ਨਿੰਦਿਆ ਕੀਤੀ ਸੀ, ਉਹਨੂੰ ਇਸ ਤਰ੍ਹਾਂ ਹੋਇਆ, ਉਹ ਕਹੇਗਾ ਵੀ ਮੇਰੀ ਸਮਝ ਵਿੱਚ ਨਹੀਂ ਆਉਂਦਾ, ਮੈਨੂੰ ਕੌਣ ਜਾਣਦਾ, ਉਹ ਤਾਂ ਵੈਸੇ ਹੀ ਹੋ ਗਿਆ ਕਿਤੇ, ਮੈਂ ਨਹੀਂ ਜਾਣਦਾ। ਇਹ ਉਹਦੀ ਅਵਸਥਾ ਹੈ। ਪਰ ਅਸੀਂ ਆਪਣੇ ਤੌਰ ਤੇ ਪ੍ਰਾਈਵੇਟ ਸਾਰਾ ਸਿਸਟਮ ਚਲਾ ਲੈਂਦੇ ਆਪਣੇ ਮਨ ਦੇ ਵਿੱਚ, ਕਈ ਕੁਝ ਬਣਾ ਕੇ ਫਿਰਦੇ ਹਾਂ। ਇੱਥੇ ਹਜ਼ੂਰ ਕਹਿੰਦੇ ਸੰਤ ਕੈ ਦੂਖਣ ਤ੍ਰਿਗਦ ਜੋਨ ਕਿਰਮਾਏ। ਤ੍ਰਿਗਦ ਜੋਨ ਦਾ ਮਤਲਬ ਨੀਵੀਆਂ ਟੇਢੀਆਂ ਜੂਨਾਂ ਵਿੱਚ ਉਹ ਮਨੁੱਖ ਪੈਂਦਾ ਹੈ। ਸੰਤਨ ਕੈ ਦੂਖਣ ਤ੍ਰਿਸ਼ਨਾ ਮੈਂ ਜਲੈ। ਉਸ ਬੰਦੇ ਦੀ ਕਦੀ ਤ੍ਰਿਸ਼ਨਾ ਨਹੀਂ ਬੁੱਝਦੀ ਜਿਹੜਾ ਗੁਰਮੁਖਾਂ ਦੀ ਨਿੰਦਿਆ ਕਰਦਾ, ਉਹਨਾਂ ਨਾਲ ਈਰਖਾ ਕਰਦਾ। ਸੰਤ ਕੈ ਦੂਖਣ ਸਭ ਕੋ ਛਲੈ। ਜਿਹੜਾ ਸੰਤ ਦਾ ਈਰਖਾਲੂ ਹੈ, ਗੁਰਮੁਖਾਂ ਦਾ ਈਰਖਾਲੂ ਹੈ, ਜਿੱਧਰ ਉਹਨੂੰ ਸਾਰੇ ਚੱਲ ਲੈਂਦੇ, ਭਾਵ ਨੁਕਸਾਨ ਕਰਦੇ ਨੇ ਉਸਦਾ। ਸੰਤ ਕੈ ਦੂਖਨ ਤੇਜ ਸਭ ਜਾਏ। ਜਿਹੜਾ ਤੇਜ ਪ੍ਰਤਾਪ ਹੁੰਦਾ ਹੈ ਨਾ, ਪ੍ਰਭਾਵ, ਉਹ ਗੁਰਮੁਖਾਂ ਨਾਲ ਈਰਖਾ ਕਰਨ ਕਰਕੇ ਮਨੁੱਖ ਦਾ ਘਟ ਜਾਂਦਾ, ਜਿਹਨੂੰ ਸਤਾਰਾ ਕਹਿੰਦੇ ਨੇ। ਸੰਤ ਕੈ ਦੂਖਨ ਨੀਚ ਨਿਚਾਏ। ਨੀਚ ਤੋਂ ਨੀਚ ਉਹ ਮਨੁੱਖ ਹੋ ਜਾਂਦੇ ਜਿਹੜੇ ਗੁਰਮੁਖਾਂ ਦੀ ਨਿੰਦਿਆ ਕਰਦੇ ਹਨ। ਹਜ਼ੂਰ ਕਹਿੰਦੇ ਸੰਤ ਦੋਖੀ ਕਾ ਥਾਉ ਕੋ ਨਾਹੇ। ਜਿਹੜੇ ਗੁਰਮੁਖਾਂ ਦੇ ਦੋਖੀ ਭਾਵ ਈਰਖਾਲੂ ਹਨ, ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ, ਭਾਵ ਬੇਟਿਕਾਣੇ। ਉਹ ਕਿਸੇ ਦੇ ਕੋਈ ਉਹਨਾਂ ਤੇ ਵਿਸ਼ਵਾਸ ਨਹੀਂ ਕਰਦਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨਾਨਕ ਸੰਤ ਭਾਵੈ ਤਾਂ ਓਏ ਵੀ ਗਤ ਪਾਹੇ। ਜੇ ਗੁਰਮੁਖਾਂ ਨੂੰ ਭਾ ਜਾਏ, ਉਹ ਕਿਰਪਾ ਦੇ ਘਰ ਵਿੱਚ ਆ ਜਾਣ, ਤਾਂ ਐਸੇ ਲੋਕਾਂ ਦਾ ਵੀ ਉਧਾਰ ਹੋ ਜਾਂਦਾ। ਹਜ਼ੂਰ ਕਹਿੰਦੇ ਸੰਤ ਕਾ ਨਿੰਦਕ ਮਹਾ ਅਤ ਤਾਈ। ਇਹ ਜਿਹੜਾ ਗੁਰਮੁਖਾਂ ਦਾ ਜਿਹੜਾ ਨਿੰਦਕ ਹੈ, ਉਹ ਹਰ ਇੱਕ ਕੰਮ ਵਿੱਚ ਅੱਤ ਚੁੱਕ ਲੈਂਦਾ ਹੈ, ਭਾਵ ਸਿਰੇ ਤੇ ਗੱਲ ਲਾ ਦਿੰਦਾ ਹੈ। ਉਹਨੂੰ ਤ੍ਰਿਪਤੀ ਨਹੀਂ ਆਉਂਦੀ, ਉਹਦੇ ਜੀਵਨ ਦਾ ਬੈਲੈਂਸ ਖਤਮ ਹੋ ਜਾਂਦਾ ਹੈ। ਜਿਹੜਾ ਵੀ ਕੰਮ ਕਰਦਾ ਉਹ ਅੱਤ ਦਾ ਕਰਦਾ, ਭਾਵ ਕਿਸੇ ਵੀ ਕੰਮ ਵਿੱਚ ਪੈਂਦਾ। ਫਿਰ ਕਹਿੰਦੇ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਜਿਹੜਾ ਗੁਰਮੁਖਾਂ ਦੀ ਨਿੰਦਿਆ ਕਰਦਾ, ਉਹ ਇੱਕ ਖਿਣ ਵੀ ਟਿਕਦਾ ਨਹੀਂ, ਭਾਵ ਬੇਚੈਨ ਦੁਖੀ ਰਹਿੰਦਾ ਹੈ। ਸੰਤ ਕਾ ਨਿੰਦਕ ਮਹਾ ਹਤਿਆਰਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਹੁਣ ਕਹਿੰਦੇ ਸੰਤ ਕਾ ਨਿੰਦਕ ਮਹਾ ਹਤਿਆਰਾ, ਇੱਕ ਵੱਡਾ ਹਥਿਆਰਾ ਹੈ, ਉਹ ਬੜੀ ਵੱਡੀ ਹੱਤਿਆ ਕਰ ਰਿਹਾ, ਪਾਪ ਕਰ ਰਿਹਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਇਸ ਪੰਕਤੀ ਨੂੰ ਉਹਨਾਂ ਸੱਜਣਾ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਜਿਹੜੇ ਕਹਿੰਦੇ ਸੰਤ ਪਰਮੇਸ਼ਰ ਨੂੰ ਕਿਹਾ ਗਿਆ ਹੈ। ਉਹ ਧਿਆਨ ਨਾਲ ਪੜ੍ਹਨ, ਕਿਉਂਕਿ ਇੱਥੇ ਕਿਹਾ ਗਿਆ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਪਰਮੇਸ਼ਰ ਨੇ ਉਹਨਾਂ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਪਰਮੇਸ਼ਰ ਉੱਚੀ ਹਸਤੀ ਹੈ, ਉਹਨਾਂ ਨੂੰ ਪਰਮੇਸ਼ਰ ਦੀ ਮਾਰ ਪੈਂਦੀ ਹੈ। ਹਜ਼ੂਰ ਕਹਿੰਦੇ ਸੰਤ ਕਾ ਨਿੰਦਕ ਰਾਜ ਤੇ ਹੀਨ। ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਜਿਹਨੇ ਗੁਰਮੁਖਾਂ ਦੀ ਨਿੰਦਿਆ ਕੀਤੀ ਹੈ, ਸਾਧ ਸੰਗਤ ਜੀ, ਰਾਜ ਗੱਦੀ ਉਹਦੇ ਸਾਹਮਣੇ ਪਈ ਹੋਵੇ ਤੇ ਉਹ ਬਹੇਗਾ ਨਹੀਂ ਉਹਦੇ ਉੱਤੇ। ਇਹ ਸਾਧੂਆਂ ਦੇ ਨਿੰਦਕਾਂ ਦੀ ਨਿਸ਼ਾਨੀ ਹੈ। ਰਾਜ ਗੱਦੀ ਸਾਹਮਣੇ ਹੋਵੇ, ਜਿੱਤ ਵੀ ਜਾਣ, ਆਪ ਨਹੀਂ ਬਹਿ ਸਕਣਗੇ, ਕਿਸੇ ਨੂੰ ਬਿਠਾਉਣਾ ਪਏਗਾ। ਇਹ ਨਿਸ਼ਾਨੀ ਉਹਨਾਂ ਪਰਿਵਾਰਾਂ ਦੀ। ਰਾਜ ਮਿਲ ਵੀ ਗਿਆ, ਗੱਦੀ ਸਾਹਮਣੇ ਪਈ ਹੈ, ਪਰ ਬਹਿਣ ਦੀ ਹਿੰਮਤ ਨਹੀਂ ਉੱਤੇ। ਕਿਉਂ? ਕਿਤੇ ਨਾ ਕਿਤੇ ਦੋਖ ਉਹਨਾਂ ਨੂੰ ਲੱਗ ਗਿਆ, ਰਾਜ ਤੋਂ ਹੀਣ ਹੋ ਗਏ। ਉਹ ਮਨੁੱਖ ਦੁਖੀਆ ਔਰ ਦੀਨ ਭਾਵ ਵਿਚਾਰੇ ਹੋ ਜਾਂਦੇ, ਦੀਨ ਹੋ ਜਾਂਦੇ ਨੇ। ਸੰਤ ਕੇ ਨਿੰਦਕ ਕੋ ਸਰਬ ਰੋਗ।
ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਜਿਹੜੇ ਗੁਰਮੁਖਾਂ ਦੇ ਨਿੰਦਕ ਹਨ ਉਹਨਾਂ ਨੂੰ ਕਈ ਪ੍ਰਕਾਰ ਦੇ ਰੋਗ ਜਿਹੜੇ ਨੇ ਘੇਰਦੇ ਨੇ ਔਰ ਸਦਾ ਵਿਜੋਗ ਵਿਛੋੜੇ ਵਿੱਚ ਰਹਿੰਦੇ ਨੇ, ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਨੇ। ਸੰਤ ਕੀ ਨਿੰਦਾ ਦੋਖ ਮੈਂ ਦੋਖ। ਇੱਕ ਤੇ ਹੁੰਦਾ ਪਾਪ, ਇੱਕ ਹੁੰਦਾ ਪਾਪਾਂ ਦਾ ਪਾਪ। ਇੱਥੇ ਕਹਿ ਰਹੇ ਨੇ ਪਾਪਾਂ ਦੇ ਸਿਰ ਪਾਪ ਹੈ ਗੁਰਮੁਖਾਂ ਦੀ ਨਿੰਦਿਆ ਕਰਨੀ। ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ। ਪਰ ਜੇ ਗੁਰਮੁਖਾਂ ਦੇ ਮਨ ਦੇ ਵਿੱਚ ਇਹ ਸਾਧ ਸੰਗਤ ਜੀ ਬਖਸ਼ਿਸ਼ ਆ ਜਾਏ, ਤਰਸ ਆ ਜਾਏ, ਤੇ ਉਹਨਾਂ ਦਾ ਵੀ ਮੋਕਸ਼, ਉਹਨਾਂ ਦਾ ਵੀ ਉਧਾਰ ਕਰ ਦਿੰਦੇ ਨੇ। ਹਜ਼ੂਰ ਕਹਿੰਦੇ ਸੰਤ ਕਾ ਨਿੰਦਕ ਸਦਾ ਅਪਵਿੱਤ, ਸੰਤ ਕਾ ਦੋਖੀ ਸਦਾ ਅਪਵਿੱਤ। ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਜਿਹੜੇ ਗੁਰਮੁਖਾਂ ਨਾਲ ਈਰਖਾ ਕਰਦੇ ਨੇ ਉਹ ਸਦਾ ਅਪਵਿੱਤਰ ਭਾਵ ਵਿਕਾਰਾਂ ਵਿੱਚ ਡਿੱਗੇ ਰਹਿੰਦੇ ਨੇ ਔਰ ਉਹ ਕਿਸੇ ਦੇ ਮਿੱਤਰ ਨਹੀਂ, ਭਾਵ ਉਹਨਾਂ ਦਾ ਕੋਈ ਪਤਾ ਨਹੀਂ ਕਿਹਦਾ ਨੁਕਸਾਨ ਕਰ ਦੇਣ ਮਿੱਤਰ ਬਣ ਕੇ। ਉਹ ਇਸ ਤਰ੍ਹਾਂ ਦੀ ਸਰਪ ਵਾਲੀ ਦਸ਼ਾ ਵਿੱਚ ਹੁੰਦੇ ਨੇ। ਹਜ਼ੂਰ ਕਹਿੰਦੇ ਸੰਤ ਕੇ ਦੋਖੀ ਕੋ ਡਾਨ ਲਾਗੈ, ਸੰਤ ਕੇ ਦੋਖੀ ਕੋ ਸਭ ਤਿਆਗੈ। ਜਿਹੜਾ ਗੁਰਮੁਖਾਂ ਨਾਲ ਈਰਖਾ ਕਰੇ ਉਹਨੂੰ ਕਹਿੰਦੇ ਡੰਨ ਲੱਗਦਾ ਹੈ, ਟੈਕਸ ਭਰਨਾ ਪੈਂਦਾ ਔਰ ਸਾਰੇ ਉਹਨੂੰ ਤਿਆਗ ਦਿੰਦੇ, ਭਾਵ ਉਹਦਾ ਮਿੱਤਰ ਕੋਈ ਨਹੀਂ ਬਣਦਾ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਵਿਕਾਰੀ। ਜਿਹਨੇ ਗੁਰਮੁਖਾਂ ਦੇ ਨਾਲ ਦੋਖ ਕੀਤਾ, ਈਰਖਾ ਕੀਤੀ ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਦੇ ਨਾਲ, ਸਾਧ ਸੰਗਤ ਤੋਂ ਵੱਡੇ ਹੰਕਾਰੀ ਹੋ ਗਏ ਔਰ ਸਦਾ ਹੀ ਵਿਕਾਰੀ ਰਹਿਣ ਵਾਲੇ ਮਨੁੱਖ। ਹਜ਼ੂਰ ਕਹਿੰਦੇ ਸੰਤ ਕਾ ਦੋਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਉਹਦੇ ਸੁਖ ਖਤਮ ਹੋ ਗਏ, ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਈਰਖਾ ਕਰਨ ਵਾਲਾ ਮਨੁੱਖ। ਅਖੀਰ ਤੇ ਸਾਹਿਬ ਕਹਿੰਦੇ ਸੰਤ ਕੇ ਦੋਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਜਿਨ੍ਹਾਂ ਨੇ ਪ੍ਰਭੂ ਦੇ ਪਿਆਰਿਆਂ ਦੀ ਨਿੰਦਿਆ ਕੀਤੀ ਔਰ ਉਹਨਾਂ ਦੇ ਨਾਲ ਦਵੈਸ਼ ਕੀਤਾ, ਈਰਖਾ ਕੀਤੀ, ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ। ਪਰ ਜੇ ਉਹ ਗੁਰਮੁਖ ਜਿਹੜੇ ਕਿ ਸਦਾ ਹੀ ਦਿਆਲੂ ਰਹਿੰਦੇ ਨੇ, ਤਰਸਮਾਨ ਰਹਿੰਦੇ ਨੇ, ਜੇ ਉਹ ਤਰਸ ਕਰਨ ਤੇ ਉਹਦਾ ਵੀ ਉਧਾਰ ਹੋ ਜਾਂਦਾ ਹੈ। ਆਓ 1-2 ਮਿੰਟ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਸਾਰਿਆਂ ਨੇ ਪਿਆਰ ਸਹਿਤ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 ਵਾਹਿਗੁਰੂ। ਸੋ ਸਾਧ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰੀਏ, ਹਜ਼ੂਰ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।